जप्यो सारंग पाणी। कहे नानक सदा गावो एह सच्ची बाणी। कहे नानक सदा गावो एह सच्ची बाणी। बाणी गुरु गुरु है बाणी, विच बाणी अमृत सारी। गुर बाणी कहे सेवक जन मानै, परतख गुरु निस्तारे। सतगुरु श्री गुरु ग्रंथ साहिब महाराज जियां दी पावन गोद का आनंद मान रहे वडभागी जनों, सतगुरु महाराज जी ने अपार बख्शिश की है। भाई गुरदास जी के कथन अनुसार कुरबाणी तिना गुर सिखां भाई भगत गुरपुरब करन दे। गुरुद्वारा साहिब जी की प्रबंधक कमेटी ने उपराला किया है। धन गुरु गोबिंद सिंह महाराज जी के ज्योति जोत पुरब और सतगुरु श्री गुरु ग्रंथ साहिब महाराज जी के गुरगद्दी पुरब के गुरपुरब मनाउण दा। ये बहुत वड्डी गल है। जे शब्द आत्मा है, गुरबाणी आत्मा है, तो शरीर जिहड़ा है वो इतिहास है। जिन्हों महाराज जी बाणी विच कहंदे ने, बाबाणियां कहानियां पुत सपुत करेन। तो साडा इतिहास है, खास तौर पर सिख इतिहास, गुर इतिहास। इनू दोवां हिस्सिਆਂ ਵਿੱਚ ਵੰਡਿਆ ਜਾਂਦਾ है। पहला है गुर इतिहास, उस तो बाद हुंदा है ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਇਤਿਹਾਸ। ਅੱਜ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਪੁਰਬ ਦੀ ਜਿਹੜੀ ਹੈ ਇਤਿਹਾਸ ਦੀ ਗਾਥਾ ਸਾਂਝੀ ਕਰਾਂਗੇ। एक बड़े गुरमुख प्यारे ने बचन किया, कह लगे गुरु के सिखो तुसी गुरु नानक साहब महाराज जी के दो पुरब मनावोगे, एक कदे नहीं मनावोगे। इस तरह कहते ने गुरु ग्रंथ साहब महाराज जी के दो पुरब मनाओगे, एक कदे नहीं मनावोगे। जो मैं वो सवाल उपर पढ़िया तो हैरानी हुई कि यह किवें हो सकता, किहड़ा पुरब नहीं मनाउणा। ਤਾਂ ਉਹਨਾਂ ਨੇ ਅੱਗੇ ਉਹਨੂੰ ਵਿਸਤਾਰ ਸਹਿਤ ਦੱਸਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਸੀਂ ਪ੍ਰਕਾਸ਼ ਪੁਰਬ ਮਨਾਵਾਂਗੇ, ਜੋਤੀ ਜੋਤ ਪੁਰਬ ਮਨਾਵਾਂਗੇ, ਪਰ ਕਦੇ ਵੀ ਸਿੱਖ ਇਤਿਹਾਸ ਵਿੱਚ ਅੱਜ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਪੁਰਬ ਨਹੀਂ ਮਨਾਇਆ ਜਾਂਦਾ, ਕਦੇ ਵੀ। ਕਾਰਨ ਕਿ ਉਹ ਗੁਰਗੱਦੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੋਂ ਲੈ ਕੇ ਆਏ। ਇਹ ਗੱਲ ਨੂੰ ਚੇਤੇ ਰੱਖਣਾ। ਬੜੇ ਭੁਲੇਖੇ ਪਾਏ ਜਾਂਦੇ ਨੇ ਅੱਜ ਸੋਸ਼ਲ ਮੀਡੀਆ ਤੇ ਕਿ ਗੋਪਾਲ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਸੀ, ਫਲਾਣਾ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਸੀ। ਨਹੀਂ ਪਿਆਰਿਓ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਵਾਹਿਗੁਰੂ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਜਦੋਂ ਆਪ ਜੀ ਅਰਦਾਸ ਕਰਦੇ ਹੋ ਨਾ, ਅਰਦਾਸ ਵਿੱਚ ਤੁਸੀਂ ਇੱਕ ਸ਼ਬਦ ਕਹਿੰਦੇ ਹੋ। ਜੇ ਅਰਦਾਸ ਦੀ ਇਹ 3 ਮਿੰਟ ਦੇ ਸ਼ਬਦਾਂ ਨੂੰ ਤੁਸੀਂ ਕਿਤੇ ਇਕੱਲੇ ਬਹਿ ਕੇ ਪੜੋ, 3 ਮਿੰਟ ਦੇ ਸ਼ਬਦਾਂ ਵਿੱਚ 550 ਸਾਲ ਦਾ ਇਤਿਹਾਸ ਤੁਸੀਂ ਬੋਲ ਲੈਂਦੇ ਆ, ਤੇ ਉਹਦੇ ਵਿੱਚ ਤੁਸੀਂ 6 ਵਾਰੀ ਬੋਲਦੇ ਆ, ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ध्यान, कंसंट्रेशन, एकाग्रता, your mind have to be present with your अरदास। ਜਦੋਂ ਅਰਦਾਸ ਕਰਦੇ ਆ ਤਾਂ ਉਹਦੇ ਵਿੱਚ ਅਸੀਂ ਕਹਿੰਦੇ ਆ, 10 ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਕ ਵਾਰੀ ਸਾਰੇ ਪਿਆਰ ਨਾਲ ਕਿਹੋ ਜੀ ਵਾਹਿਗੁਰੂ। मैं पढ़ रहा सी जसवंत सिंह नेकी होरां दी अरदास कथा। वो कहते ने क्यों बार बार कहा गया अरदास विच बोलो जी वाहिगुरू, ताकि तुहाडी खिंडी होई बिरती, खिलरिया होया मन फिर एकाग्र होवे। मना किते दूर ना जा, अरदास विच शामिल हो
ਤੇ ਤੂੰ ਵੀ ਚੇਤੇ ਕਰ, ਧਿਆਨ ਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ। ਅਸੀਂ ਸੰਗਤ ਦੀਦਾਰ ਕਰਦੇ ਹਾਂ, ਪਾਠ ਦੇ ਦੀਦਾਰ ਸਾਡੇ ਵਿੱਚੋਂ ਬਹੁਤ ਘੱਟ ਕਰਦੇ ਨੇ। ਮੈਂ ਅੱਗੇ ਜਾ ਕੇ ਦੀ ਵਿਚਾਰ ਕਰਾਂਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਰੱਬ ਜੀ ਦੇ ਪਾਸੋਂ ਜੋਤ ਲੈ ਕੇ ਆਏ ਨੇ। ਮੈਂ ਬੇਨਤੀ ਕਰਾਂ, ਤੁਸੀਂ ਪੜ੍ਹੇ ਲਿਖੇ ਬੱਚੇ ਬੈਠੇ ਹੋ, ਅੱਜ ਸੋਸ਼ਲ ਮੀਡੀਆ ਤੇ ਡਿਬੇਟ ਚੱਲਦੀ ਹੈ, ਜਿੰਨੀ ਕੁ ਮੈਂ ਦੇਖਦਾ ਕੁਰਾਨ ਦੇ ਉੱਪਰ ਤੇ ਬਾਈਬਲ ਦੇ ਉੱਪਰ ਸਭ ਤੋਂ ਵੱਧ ਹੈ। ਇਸਲਾਮ ਤੇ ਈਸਾਈਅਤ ਆਪਸ ਚ ਉਹਦੀ ਲੜ ਰਹੇ ਨੇ ਕਿ ਸਾਡਾ ਰੱਬ ਦਾ ਸ਼ਬਦ ਆ ਸਾਡੇ ਕੋਲ। ਉਹ ਕਹਿੰਦੇ ਸਾਡੇ ਕੋਲ ਹੈ। ਮੈਨੂੰ ਬੇਨਤੀ ਕਰਕੇ ਮੈਨੂੰ ਕਹਿਣ ਦਿਓ, ਜਿਨ੍ਹਾਂ ਕੋਲ ਹੈ ਉਹ ਕੁਝ ਬੋਲਦੇ ਹੀ ਨਹੀਂ ਪਏ, ਜਿਨ੍ਹਾਂ ਕੋਲ ਰੱਬ ਦਾ ਸ਼ਬਦ ਹੈ। ਪੈਗੰਬਰ ਆਏ, ਮੁਹੰਮਦ ਸਾਹਿਬ ਈਸਾ ਜੀ ਆਏ, ਉਹਨਾਂ ਦੇ ਕਈ ਸਾਲ ਬਾਅਦ ਜਾ ਕੇ ਬਾਈਬਲ ਲਿਖੀ ਗਈ, ਕੁਰਾਨ ਲਿਖੀ ਗਈ। ਉਹਨਾਂ ਨੇ ਆਪਣੇ ਹੱਥੀ ਇੱਕ ਸ਼ਬਦ ਵੀ ਨਹੀਂ ਲਿਖਿਆ। ਜਿਹੜੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਸਤਿਗੁਰੂ ਗੁਰੂ ਕਲਗੀਧਰ ਪਿਤਾ ਮਹਾਰਾਜ ਤੱਕ ਗੁਰੂ ਸਾਹਿਬਾਨ ਨੇ ਆਪਣੇ ਹੱਥੀ ਰੱਬ ਜੀ ਦੇ ਹੁਕਮ ਨੂੰ ਲਿਖਿਆ, ਉਹ ਸਿੱਖ ਕੁਝ ਬੋਲਦੇ ਹੀ ਨਹੀਂ ਪਏ, ਕਿਉਂਕਿ ਪਾਠ ਦਾ ਦੀਦਾਰ ਅਜੇ ਨਹੀਂ ਕੀਤਾ। ਮੇਰੀ ਗੱਲ ਨੂੰ ਸਮਝ ਲੈਣਾ ਤੁਸੀਂ। ਅੱਜ ਸੰਸਾਰ ਦੇ ਵਿੱਚ ਜੇ ਰੱਬ ਦਾ ਸ਼ਬਦ ਹੈ, ਅਥੈਂਟਿਕਲੀ ਹੈ ਪੈਗੰਬਰ ਵੱਲੋਂ, ਗੁਰੂ ਵੱਲੋਂ, ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਉਚਾਰਨ ਕਰਿਓ ਸਤਨਾਮ। ਫਿਰ ਉਹ ਆਪਣੇ ਆਪਣੇ ਗ੍ਰੰਥ ਦੀਆਂ ਕੋਟੇਸ਼ਨਸ ਦੇ ਰਹੇ ਨੇ। ਅਸੀਂ ਕਿੱਥੇ ਖੜੇ ਆ? ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਬਾਰੇ ਗੁਰੂ ਗ੍ਰੰਥ ਸਾਹਿਬ ਤੇ ਤੁਹਾਨੂੰ ਸ਼ਬਦ ਮਿਲੇਗਾ, ਉਹ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜਿੰਨੇ ਬੈਠੇ ਹੋਏ ਹੋ ਇਹ ਸੋਚ ਕੇ ਸੁਣਿਓ, we are here student, but when we are going from the Gurudwara Sahib, we are teacher। ਜੋ ਤੁਸੀਂ ਸੁਣਨਾ, ਪ੍ਰੈਕਟੀਕਲ ਰੂਪ ਚ ਸੇਵਾ ਕਰਨੀ ਹੈ, ਗੁਰੂ ਅੱਗੇ ਅਰਦਾਸ ਕਰਨੀ ਹੈ, ਇਹ ਸਿੱਖ ਵਜੋਂ ਕਰਨੀ ਹੈ। ਪਰ ਜਦੋਂ ਤੁਸੀਂ ਇੱਥੋਂ ਜਾਣਾ ਹੈ ਤੇ ਗੁਰੂ ਸਾਹਿਬ ਇੱਕ ਜ਼ਿੰਮੇਵਾਰੀ ਦੇ ਕੇ ਤੋਰਦੇ ਨੇ, ਆਪ ਜਪੋ ਅਵਰੈ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਵੋ। ਆਪ ਜੀ ਗੁਰੂ ਫਤਿਹ ਦੀ ਸਾਂਝ ਪਾਓ। ਇਹ ਸੋਚ ਕੇ ਸੁਣਿਓ ਕਿ ਮੈਂ ਕੁਝ ਨੋਟ ਕਰਨਾ ਹੈ, ਕੁਝ ਮੈਂ ਆਪਣੇ ਪਰਿਵਾਰ ਨਾਲ, ਕੁਝ ਸਮਾਜ ਨਾਲ ਸਾਂਝਿਆਂ ਕਰਨਾ ਹੈ ਕਿ ਇਹ ਮੈਨੂੰ ਗੁਰਦੁਆਰਾ ਸਾਹਿਬ ਤੋਂ ਅੱਜ ਸਿੱਖਿਆ ਮਿਲੀ ਜੋ ਆਪ ਜੀ ਨੂੰ ਗੁਰਮਤਿ ਅਨੁਸਾਰ ਲੱਗੇ। ਕਿਉਂਕਿ ਜ਼ਰੂਰੀ ਨਹੀਂ ਕਿ ਮੇਰੇ ਬੋਲਾਂ ਦੇ ਵਿੱਚ ਸਾਰਾ ਕੁਝ ਗੁਰਮਤਿ ਅਨੁਸਾਰ ਵੀ ਹੋਵੇ, ਮੇਰੀ ਮਤ ਵੀ ਹੋ ਸਕਦੀ ਹੈ। ਪਰ this is your responsibility, your homework to do something after Gurudwara Sahib। We are coming here and going, sorry to say, empty mind. What we were before, we are after in the presence of Guru Sahib, after listening Katha Kirtan, we are the same, most of us. Even we are not the sharing Guru's thought at our home. What we get from Gurudwara Sahib, we are not talking at home. We are talking about the social things. We are talking about the negative things about the Gurudwara. Sorry to say. Now this is your homework. Listen carefully Guru history, Guru's ideology, and share with others. And start from today. ਜਦੋਂ ਵੀ ਗੁਰਦੁਆਰਾ ਸਾਹਿਬ ਆਉਣਾ, at least if you can't do anything, ਹੁਕਮਨਾਮੇ ਦੀ ਪਿਕਚਰ ਖਿੱਚ ਕੇ ਆਪਣੇ ਸੱਜਣਾ ਮਿੱਤਰਾਂ ਨੂੰ ਸੈਂਡ ਕਰ ਦਿਓ ਕਿ ਅੱਜ ਗੁਰਦੁਆਰੇ ਗੁਰੂ ਜੀ ਨੇ ਮੈਨੂੰ ਆਹ ਹੁਕਮ ਕੀਤਾ। ਉਚਾਰਨ ਕਰਿਓ ਸਤਨਾਮ। ਸਾਡੀ ਪ੍ਰੋਬਲਮ ਹੀ ਸਿੱਖਾਂ ਦੀ ਕੋਈ ਪ੍ਰੋਬਲਮ ਨਹੀਂ। we have everything, but we have not the passion to share our Guru's teaching with others, with our family. You know the solution of all the problems in the Shabad? But first you have to believe in that. Guru Nanak Sahib ji ne kya ਕਹਿਣ ਲੱਗੇ? ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨ। ਇਸ ਰੱਬੀ ਹੁਕਮ ਤੋਂ ਬਿਨਾ we are all mad and crazy and wandering there and where. We have not the consultation of our mind with us, and we are facing unknown problems. We are living in the imagination. The problem is not here, but our mind is struggling with the problems. There is only one solution. Guru Nanak Sahib ji ne kya ਦਿੱਤਾ? ਆਪ ਜੀ ਫਤਿਹ ਬੁਲਾਓ। ਅੱਜ ਕੁਝ ਮੈਂ ਵੀ ਗੁਰੂ ਜੀ ਕੋਲੋਂ ਲੈ ਕੇ ਜਾਵਾਂ, ਤੁਸੀਂ ਵੀ ਕੁਝ ਲੈ ਕੇ ਜਾਓ।
महाराज जी कहने लगे, योर मनी इज नॉट प्राइसलैस, योर होम इज नॉट प्राइसलैस। आई विल गिव यू द कोटेशन फ्रॉम गुरबाणी एंड सिख हिस्टोरियन, सिख स्कॉलर्स। महाराज जी गुरु अमरदास महाराज जी, आप जी फतेह बुलाओ, फिर शुरू करिए। गज के बोलो जी, वाहिगुरु जी का खालसा, वाहिगुरु जी की फतेह। एक मैं भी कह दिया, पिछली बार भी बेनती की सी, एक दूजे ਨੂੰ ਮਿਲਦੇ समय फतेह बुलाया करो। मेरे रिलेटिव इंडिया तो आए पिछले साल, ਤੇ ਸਾਡੀ ਫੈਮਿਲੀ 'ਚ ਇੱਕ ਨਿਯਮ ਬਣਿਆ ਹੋਇਆ ਕਿ ਅਸੀਂ ਦਿਨ 'ਚ 50 ਵਾਰੀ ਇੱਕ ਦੂਜੇ ਨੂੰ ਮਿਲੀਏ, 50 ਵਾਰੀ ਫਤਿਹ ਬੁਲਾਉਣੀ ਹੈ। ਜਿਹੜਾ ਬਾਹਰੋਂ ਆ ਰਿਹਾ ਉਹਨੇ ਫਤਿਹ ਬੁਲਾਉਣੀ। ਉਹ ਕਹਿੰਦਾ ਇਹ ਕੀ ਤੁਸੀਂ ਸਾਰੀ ਦਿਹਾੜੀ ਫਤਿਹ ਬੁਲਾਉਂਦੇ ਰਹਿੰਦੇ ਹੋ, ਹੋਰ ਕੋਈ ਕੰਮ ਹੀ ਨਹੀਂ ਤੁਹਾਨੂੰ? ਮੈਂ ਕਿਹਾ ਜੋ ਕੁਝ ਹੈ ਨਾ ਇਸ ਫਤਿਹ ਕਰਕੇ ਹੀ ਹੈ। ਉਚਾਰਨ ਕਰਿਓ ਸਤਨਾਮ, ਤੁਸੀਂ ਸ਼ੁਰੂ ਕਰ ਦਿਓ। in few days you will feel change in yourself and in your family। ਫਤਿਹ ਬੁਲਾਉਣੀ ਸ਼ੁਰੂ ਕਰ ਦਿਓ। ਹੌਲੀ ਹੌਲੀ ਜਦੋਂ ਇਹ ਤੁਹਾਡੀ the part of your life ਜਦੋਂ ਫਤਿਹ ਬਣਦੀ ਹੈ ਤਾਂ ਚੇਂਜ ਵਿਲ ਕਮ ਇਨ ਯੋਰ ਲਾਈਫ। ਤੁਸੀਂ ਪੋਜ਼ਿਟਿਵ ਚੜ੍ਹਦੀ ਕਲਾ ਮਹਿਸੂਸ ਕਰਦੇ ਹੋ, ਕਿਉਂਕਿ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਨੂੰ ਮੰਨ ਰਹੇ ਹੋ। ਇੱਕ ਵਾਰੀ ਫਿਰ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ what thing is a priceless in your life? ਸਭ ਤੋਂ ਕੀਮਤੀ ਚੀਜ਼ ਕਿਹੜੀ ਹੈ? ਤੇ ਗੁਰੂ ਸਾਹਿਬ ਕਹਿਣ ਲੱਗੇ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਗੁਰੂ ਦਾ ਸ਼ਬਦ ਸਭ ਤੋਂ ਕੀਮਤੀ ਡਾਇਮੰਡ ਹੈ। ਦੀਵਾਲੀ ਤੇ ਅਸੀਂ ਗੋਲਡ ਖਰੀਦਿਆ, ਜਿਨ੍ਹਾਂ ਦੀ ਜਿੰਨੀ ਪਹੁੰਚ ਸੀ ਉਹਨਾਂ ਖਰੀਦਿਆ। ਬਹੁਤ ਜਿਹੜੇ ਅਮੀਰ ਲੋਕ ਸਨ ਉਹਨਾਂ ਨੇ ਜਿਹੜਾ ਡਾਇਮੰਡ ਖਰੀਦਿਆ ਹੋਵੇਗਾ। ਮਹਾਰਾਜ ਜੀ ਕਹਿਣ ਲੱਗੇ ਇਹਨਾਂ ਦੀ ਕੋਈ ਕੀਮਤ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਜੂਰ ਸਾਹਿਬ ਦੀ ਧਰਤੀ ਤੇ ਬਹਾਦਰ ਸ਼ਾਹ ਕੀਮਤੀ ਨਗੀਨਾ ਦਿੰਦਾ ਆ, ਹੀਰਾ ਦਿੰਦਾ ਆ, ਭੇਟ ਕਰਦਾ, ਮਹਾਰਾਜ ਮੇਰੇ ਵੱਲੋਂ ਹੈ। ਤੁਸੀਂ ਇੱਕ ਚੀਜ਼ ਵੰਡਰਫੁਲੀ ਦੇਖਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਹੁੰਦਾ ਹੈ। ਉੱਥੇ ਵੀ ਦਰਿਆ ਵਗਦਾ, ਉੱਥੇ ਵੀ ਗੰਗਾ ਵਗਦੀ ਹੈ। ਉੱਥੇ ਹਜ਼ਾਰਾਂ ਲੋਕ ਜਾ ਕੇ ਗੰਗਾ ਕੋਲੋਂ ਕੁਝ ਨਾ ਕੁਝ ਮੰਗਦੇ ਨੇ। ਤੁਸੀਂ YouTube ਤੇ ਵੀਡੀਓਜ਼ ਦੇਖ ਲਿਓ, ਗੰਗਾ ਦੀ ਪੂਜਾ ਹੋ ਰਹੀ ਹੈ, ਗੰਗਾ ਦੇ ਕੋਲੋਂ ਇੱਛਾਵਾਂ ਮੰਗੀਆਂ ਜਾ ਰਹੀਆਂ, ਪ੍ਰੇਅਰਸ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਗੋਦਾਵਰੀ ਨਦੀ ਜਿਹੜੀ ਹਜੂਰ ਸਾਹਿਬ ਵਗਦੀ ਹੈ, ਉੱਥੇ ਵੀ ਲੋਕ ਜਾ ਕੇ ਅਰਦਾਸਾਂ ਕਰਦੇ ਨੇ, ਕੁਛ ਦੇ ਮੰਗਦੇ ਨੇ। ਪਰ ਸੰਸਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਐਸੇ ਗੁਰੂ ਆਏ ਜਿਨ੍ਹਾਂ ਨੇ ਇਹਨਾਂ ਕੋਲੋਂ ਮੰਗਿਆ ਕੁਛ ਨਹੀਂ, ਇਹਨਾਂ ਨੂੰ ਦਿੱਤਾ ਹੀ ਹੈ, ਇਹਨਾਂ ਨੂੰ ਵੀ ਦੇ ਦਿੱਤਾ। ਜਦੋਂ ਗੰਗਾ ਦੀ ਗੱਲ ਆਉਂਦੀ ਹੈ, ਪਟਨਾ ਸਾਹਿਬ ਦੀ ਧਰਤੀ ਦੀ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੋਨੇ ਦੇ ਕੰਗਣ ਉਤਾਰ ਕੇ ਗੰਗਾ ਦੇ ਵਿੱਚ ਪਾ ਦਿੱਤੇ। ਆ ਲੈ, ਅਸੀਂ ਤੇਰੇ ਕੋਲ ਮੰਗਦੇ ਨਹੀਂ, ਅਸੀਂ ਤੈਨੂੰ ਵੀ ਦੇਨੇ ਆ। ਜਦੋਂ ਗੋਦਾਵਰੀ ਦੀ ਗੱਲ ਆਉਂਦੀ ਹੈ, ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਦੱਖਣ ਵਿੱਚ ਆਉਂਦਾ ਹੈ। ਨਾਲ ਮੈਂ ਇਤਿਹਾਸ ਚੱਲਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਮਦਦ ਮੰਗੀ ਹੈ ਬਹਾਦਰ ਸ਼ਾਹ ਬਾਦਸ਼ਾਹ ਨੇ। ਬਹਾਦਰ ਸ਼ਾਹ ਦਾ ਪਿਤਾ ਹੈ ਔਰੰਗਜ਼ੇਬ। ਔਰੰਗਜ਼ੇਬ ਦੀ ਮੌਤ ਦੱਖਣ ਵਿੱਚ ਹੁੰਦੀ ਹੈ। ਮੈਨੂੰ 2002 ਦੇ ਵਿੱਚ ਹਜੂਰ ਸਾਹਿਬ ਕਥਾ ਦਾ ਮੌਕਾ ਮਿਲਿਆ, ਤਾਂ ਮੈਂ ਉੱਥੇ ਸੋਚਿਆ ਕਿ ਜੇ ਮੈਂ ਆ ਹੀ ਗਿਆ ਤਾਂ ਘੁੰਮ ਕੇ ਜਾਵਾਂ ਇਲਾਕਾ। ਔਰੰਗਾਬਾਦ 2 ਦਿਨ ਰਿਹਾ, ਮਹਾਤਮਾ ਬੁੱਧ ਦੇ ਵੇਲੇ ਦੀਆਂ ਬਣੀਆਂ ਹੋਈਆਂ ਅਜੰਤਾ ਅਲੋਰਾ ਦੀਆਂ ਗੁਫਾਵਾਂ ਦੇਖੀਆਂ। ਉੱਥੇ ਗੁਰਦੁਆਰਾ ਸਾਹਿਬ ਦੇ ਸੈਕਟਰੀ ਸਾਹਿਬ ਮੈਨੂੰ ਲੈ ਗਏ ਔਰੰਗਜ਼ੇਬ ਦੀ ਕਬਰ ਦੇ ਉੱਪਰ। ਕੋਈ ਬੰਦਾ ਨਹੀਂ ਉੱਥੇ ਪੁੱਛਣ ਵਾਲਾ, ਵੱਡਾ ਮਕਬਰਾ ਬਣਿਆ। ਉੱਥੇ ਜਿਹੜਾ ਕੋਈ ਸੇਵਾਦਾਰ ਸੀ ਉਹਨੇ ਸਾਨੂੰ ਕਿਹਾ, ਸਰਦਾਰ ਜੀ ਕੋਈ 2-4 ਰੁਪਈਏ ਦੇ ਜੋ, ਮੈਂ ਇਸ ਥਾਂ ਦੀ ਸੇਵਾ ਕਰਦਾ। ਮੈਂ ਲਾਸਟ ਟਾਈਮ ਵੀ ਕੰਪੈਰੀਜ਼ਨ ਕੀਤਾ ਸੀ, ਔਰੰਗਜ਼ੇਬ ਦੀ ਕਬਰ ਦੇ ਉੱਪਰ ਕੋਈ ਦੀਵਾ ਜਗਾਉਣ ਵਾਲਾ ਨਹੀਂ, ਪਰ ਜਦੋਂ ਤੁਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਥਾਨ ਤੇ ਜਾਂਦੇ ਹੋ, ਲੱਖਾਂ ਲੋਕ ਜਾ ਕੇ ਨਤਮਸਤਕ ਹੋ ਰਹੇ ਨੇ। ਉੱਥੇ ਕੋਈ ਮੰਗਦਾ ਨਹੀਂ, ਉੱਥੇ ਦਾਨੀ ਨੇ, ਉੱਥੇ ਦਾਤੇ ਨੇ, ਗੁਰੂ ਕੇ ਸਿੱਖ ਬੈਠੇ ਹੋਏ। ਜਦੋਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਗੁਰੂ ਜੀ ਦਾ ਜਫਰਨਾਮਾ ਲੈ ਕੇ ਜਾਂਦੇ ਨੇ ਤੇ ਉਹ ਬਾਦਸ਼ਾਹ ਨੂੰ ਦਿੰਦੇ ਨੇ, ਕਹਿੰਦੇ ਜਫਰਨਾਮਾ ਪੜ੍ਹ ਕੇ ਉਸ ਦੀ ਮੌਤ ਹੋ ਗਈ। ਉਹਦੇ ਵਿੱਚ ਇੰਨਾ ਉਹਦਾ ਵਾਈਟ ਪੇਪਰ ਜਿਹੜਾ ਗੁਰੂ ਸਾਹਿਬ ਜੀ ਨੇ ਲਿਖਿਆ ਹੋਇਆ ਸੀ। ਫਿਰ ਦੋਵਾਂ ਪੁੱਤਰਾਂ ਦੀ ਲੜਾਈ ਚੱਲਦੀ ਹੈ। ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਦਾ ਵੀ ਮਹਾਰਾਜ ਮੇਰੀ ਮਦਦ ਕਰੋ,
मैं वादा करदा कि जिन्हां ने भी जुल्म कीते ने सिखां दे उपर मैं उन्हां नूं सज़ा देवांगा। गुरु गोबिंद सिंह जी ने सिखां दा जथा भेजिया दिल्ली, बहादुर शाह जितदा है। दिल्ली दे विच गुरु गोबिंद सिंह महाराज इकल्ले ने जिहड़े दिल्ली दे दरबार विच घोड़े ते सवार होके जाते हैं। बहादुर शाह बुलाउंदा है। उत्थे फिर मौलवी पुछदा है कि महाराज करामात किहड़ी? तां गुरु गोबिंद सिंह जी ने उहदे अगे एक सोने का सिक्का सुट्टिया, एक करामात है। कहने लगा महाराज कोई होर? ते महाराज ने किरपान खिंच के कहा सी तलवार जिहड़ी है ये करामात है। कहंदा होर? गुरु गोबिंद सिंह जी कहंदे एक रब दा शब्द करामात है जिहड़ा मनुख तो देवता बना दिंदा है। इत्थों बहादुर शाह दखण वल नूं जांदा है। गुरु साहिब जी नूं कहंदा महाराज मेरे नाल चलो, नाले तुसीं दखण दा सफर कर लिओ, नाले तुसीं जिहड़ा है मेरे नाल विचारां कर लिओ। पर बहादुर शाह मुकरदा गया। जिवें बीजेपी ने कहा सी 1984 के कातलों को सज़ा देवांगे, इन्हां भी नहीं दित्ती, ना कांग्रेस ने दित्ती, ना बीजेपी ने दित्ती, ना अकाली दल ने दित्ती। राजनीतिक लोग इस तरह के होंदे ने। बहादुर शाह ने गुरु गोबिंद सिंह महाराज नूं हीरा भेंट कीता ते सतगुरु जी ने गोदावरी विच सुट दिता। बहादुर शाह ने गुस्सा किया, कहन लगे महाराज मैं कीमती हीरा भेंट किया ते तुसीं नदी विच सुट दिता, तुहानूं पता भी इहदी कीमत कितनी है? महाराज जी कहने लगे सानू तो किसी कीमत का नहीं पता, आ लभ लै जिहड़ा तेरा इत्थे हीरा पिया होया। कहंदे उत्थे ने नज़र मारी तो हीरे हीरे सन। गुरु की दृष्टि तो देखना ते गुरु अमरदास महाराज जी कह रहे ने असल विच सब तो कीमती डायमंड है गुरु का शब्द। गुर का शब्द रतन है हीरे जित जड़ाओ, शब्द रतन जित मन लागा ये हुआ समाओ। जदों शब्द तुहाडे मन नाल जुड़ जाएगा उदों तुहाडी जिंदगी विच करामात होवेगी। शब्द छेती मन मिलिया सच्चे लाया भाओ। जदों तेरा शब्द दे नाल मन जुड़ गया उदों तेरा वाहिगुरू दे नाल प्यार पै जाना। जिहड़ी संसारिक दातां मंगण दी गल है ना, वो मैं जो एक्सपीरियंस कर रहा गुरबाणी दा संगत, वो है कि जे दात मिल भी जाए तो गुरमुख सोचता है कि वाहिगुरू दी दित्ती हुई है, मैं नहीं प्राप्त की। जे नहीं मिली तो वह सोचता है वाहिगुरू दा हुक्म है। जे मिल जाए तो शुक्र, ना मिले तां भी शुक्र। ये गुरु ने सिख नूं सिखाया है। गुरु अर्जन देव महाराज जी कहते हैं देयर इज नो कंप्लेंट्स इन माई लाइफ, देयर इज नो डिजायर इन माई लाइफ। सिख दे जीवन च एक चीज़ जिहड़ी बख्शिश हो गई, जिहड़े सिख जपजी साहिब का पाठ करते हैं उत्थे अपने आप को कंसनट्रेट करो। जदों उठदे आ असीं गुरु दे सन्मुख होके कह रहे हैं जो तुद भावै साई भली कार, तू सदा सलामत निरंकार। जो तेनों भाउंदा है उही चंगी गल है। हुण शब्द तो संसार बन रहा है। असीं लास्ट टाइम भी विचार कीती सी, संसार की जिहड़ी उत्पत्ति है शब्द तो हो रही है। गुरु नानक साहब सच्चे पातशाह जी कह रहे ने शब्द है उत्पत परलो होए, शब्दे ही फिर ओपत होए। रब जी दे हुक्म सदका संसार पैदा हो रहा है, यूनीवर्स क्रिएट हो रहा है। रब जी दे हुक्म सदका इट्स मैनी टाइम डिस्ट्रॉय एंड रीबिल्ड अगेन विद द विश ऑफ वाहिगुरू जी। हुण उस शब्द नूं संसार दे विच गुरु नानक साहब जी ने प्रगट किया है। गुरु ग्रंथ साहिब विचों कोटेशन लवांगा। महाराज जी कहन लगे सतगुर की बाणी सत सत कर जानो गुर सिखो। ये गुरुदेव सिखो, गुरु दे हुक्म नूं सच करके जानो कि ये सदीवी सच है। सतगुर की बाणी सत सत कर जानो गुर सिखो, हर करता आप मुँह कढ़ाए। करता पुरख गुरु दे मुँह विच बैठ के, गुरु की रसना ते बैठ के ये बाणी दे रहा है, इस करके इहदे ते बिलीव करो कि यह सच है। हुण साडे ते गुरु दे विच बहुत कुछ ऐसा है कि असीं गुरु के शब्द ते बिलीव नहीं कर रहे। जदों गुरु नानक साहब महाराज सच्चे पातशाह नाल सिद्धा नाल डिस्कशन हुंदी है, जिन्हों असीं अज सैमीनार्स कहने आ। पहली डिबेट गुरु ग्रंथ साहिब च दर्ज है सिद्ध गोष्ठ बाणी, जिहदे विच सिद्ध जोगी इक्को ही डिबेट है, इक्को ही डिस्कशन है। गोष्ठ का मतलब हुंदा डिस्कशन, बहस नहीं। ना पंडित गुरु साहब जी अगे बोल सके, ना मौलवी बोल सके। जे बोले तो सिद्ध बोले, उन्होंने सिद्धा ने, क्योंकि उन्होंने उम्र बड़ी सी, वो पढ़े लिखे सन।
ਉਹ ਸਮਾਜ ਛੱਡ ਚੁੱਕੇ ਸਨ। ਮੈਂ ਆਪਣੇ ਜੀਵਨ ਕਾਲ ਵਿੱਚ ਕੁਝ ਐਸੇ ਉਦਾਸੀ ਸਾਧੂ ਦੇਖੇ ਜਿਹੜੇ ਕਦੇ ਪਾਇਲਟ ਸਨ, ਇੰਜੀਨੀਅਰ ਸਨ, ਪ੍ਰੋਫੈਸਰ ਸਨ, ਉਹ ਘਰ-ਬਾਰ ਛੱਡ ਕੇ ਉਦਾਸੀ ਬਣ ਗਏ। ਮੈਨੂੰ ਮਿਲੇ ਉਹ 30-40 ਸਾਲ ਪਹਿਲੋਂ। ਇਹ ਸੁਮੇਰ ਪਰਬਤ ਤੇ ਬੈਠੇ ਹੋਏ ਕੀ ਕਰਦੇ ਨੇ? 6 ਮਹੀਨੇ ਪਿੱਛੋਂ ਆਉਂਦੇ ਨੇ, ਲੋਕਾਂ ਕੋਲ ਆਪਣੀ ਪੂਜਾ ਕਰਾਉਂਦੇ ਨੇ, ਪੈਸਾ ਧੇਲਾ ਲੈ ਕੇ ਤੇ ਉੱਪਰ ਫਿਰ ਚਲੇ ਜਾਂਦੇ ਨੇ। ਇੱਕ ਹੋਰ ਇੱਥੇ ਬੇਨਤੀ ਕਰਦੇ ਆ, ਹਿੰਦੁਸਤਾਨ ਦੇ ਹਿੰਦੂ ਧਰਮ ਨੂੰ ਦੋਵਾਂ ਨੇ ਇਫੈਕਟਡ ਕੀਤਾ ਆ, ਪ੍ਰਭਾਵਿਤ ਕੀਤਾ। ਇੱਕ ਨੇ ਮਹਾਤਮਾ ਬੁੱਧ ਤੇ ਦੂਜੇ ਗੁਰੂ ਨਾਨਕ ਸਾਹਿਬ ਮਹਾਰਾਜ। ਮਹਾਤਮਾ ਬੁੱਧ ਉੱਠੇ ਪਾਟਲੀਪੁੱਤਰ ਤੋਂ, ਜਿਨ੍ਹਾਂ ਨੇ ਆਪਣੇ ਸ਼ਬਦ ਦੇ ਨਾਲ ਲੋਕਾਂ ਦੇ ਹੱਥ ਵਿੱਚ ਠੂਠਾ ਫੜਾ ਦਿੱਤਾ, ਸੰਨਿਆਸੀ ਬਣਾ ਦਿੱਤੇ, ਭਿਕਸ਼ੂ ਬਣਾ ਦਿੱਤੇ। ਦੂਜੇ ਗੁਰੂ ਨਾਨਕ ਸਾਹਿਬ ਜੀ ਉੱਠੇ, ਜਿਨ੍ਹਾਂ ਦੇ ਸ਼ਬਦ ਨੇ ਹਿੰਦੁਸਤਾਨ ਉੱਪਰ ਇੰਨਾ ਅਸਰ ਪਾਇਆ ਕਿ ਉਹ ਮੰਗਤਿਆਂ ਤੋਂ ਦਾਤੇ ਬਣਾ ਦਿੱਤੇ ਤੇ ਸੰਤ ਸਿਪਾਹੀ ਬਣਾ ਦਿੱਤੇ। ਉਚਾਰਨ ਕਰਿਓ ਸਤਨਾਮ। ਸਭ ਤੋਂ ਪਹਿਲਾ ਨਿਯਮ ਸਿੱਖੀ ਦਾ ਬਣਿਆ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਮਹਾਰਾਜ ਜੀ ਕਹਿ ਲਗੇ ਸਿੱਖੀ ਦੇ ਰਾਹ ਦੀ ਬਾਅਦ ਵਿੱਚ ਗੱਲ ਕਰੀ, ਪਹਿਲੋਂ 10 ਨੌਆਂ ਦੀ ਕਿਰਤ ਕਰ ਤੇ ਵੰਡ ਕੇ ਛਕ, ਤਾਂ ਤੈਨੂੰ ਰੱਬ ਦੇ ਰਾਹ ਦੀ ਪਹਿਚਾਨ ਹੋਵੇਗੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਜਦੋਂ ਵਿਚਾਰ ਕਰਦੇ ਨੇ, ਉੱਥੇ ਸਵਾਲ ਕਰਦੇ ਨੇ, ਕਵਨ ਆਰੰਭ ਕਵਨ ਮਤ ਵੇਲਾ, ਕਵਨ ਗੁਰੂ ਕਿਸ ਕਾ ਤੂੰ ਚੇਲਾ। ਉਹਨਾਂ ਨੇ ਸਵਾਲ ਕੀਤਾ ਵੀ ਆਰੰਭ ਕਾਦੇ ਤੋਂ ਹੋਇਆ, ਸੰਸਾਰ ਕਾਦੇ ਤੋਂ ਪੈਦਾ ਹੋਇਆ। ਕਵਨ ਮਤ ਵੇਲਾ, ਕਿਹਦੀ ਮਤ ਲਈਏ? ਸੋਸ਼ਲ ਮੀਡੀਆ ਦੀ ਲਈਏ, ਕਿਸੇ ਬਾਬੇ ਦੀ ਲਈਏ, ਕਿਸੇ ਪ੍ਰਚਾਰਕ ਦੀ ਲਈਏ, ਕਿਹਦੀ ਮਤ ਲਈਏ? ਇਹ ਅੱਜ ਤੋਂ 550 ਸਾਲ ਪਹਿਲੋਂ ਦਾ ਸਵਾਲ ਹੈ, ਜਿਹਦਾ ਜਵਾਬ ਅੱਜ ਵੀ ਸੇਮ ਹੈ ਤੇ ਸਦਾ ਇੱਕੋ ਰਹੇਗਾ। ਪਾਤਸ਼ਾਹ ਜੀ ਕਹਿਣ ਲੱਗੇ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਵਾਹਿਗੁਰੂ ਜੀ ਨੇ ਸਭ ਤੋਂ ਪਹਿਲਾਂ ਹਵਾ ਬਣਾਈ ਹੈ। ਸਾਡੇ ਅੰਦਰ ਹਵਾ ਦਾ ਆਉਣਾ ਜਾਣਾ ਸ਼ੁਰੂ ਹੋਇਆ, ਸਾਡਾ ਜੀਵਨ ਹੋਇਆ। ਸੰਸਾਰ ਵੀ ਹਾਈਡਰੋਜਨ ਆਕਸੀਜਨ ਦੇ ਸੁਮੇਲ ਤੋਂ ਪਾਣੀ ਬਣਿਆ, ਪਾਣੀ ਤੋਂ ਫਿਰ ਅੱਗੇ ਸਾਰਾ ਕੁਝ ਕ੍ਰੀਏਟ ਹੁੰਦਾ ਗਿਆ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਆਰੰਭ ਹੈ ਹਵਾ ਤੋਂ, ਤੇ ਮਨੁੱਖਾ ਜਨਮ ਦੇ ਵਿੱਚ ਗੁਰੂ ਦੇ ਸ਼ਬਦ ਦੀ ਮਤ ਲੈਣ ਦਾ ਵੇਲਾ ਹੈ। ਪਵਨ ਆਰੰਭ ਸਤਿਗੁਰ ਮਤ ਵੇਲਾ, ਗੁਰ ਕੀ ਮਤ ਤੂੰ ਲਿਹੇ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਇਹ ਸਿੱਖੀ ਦਾ ਇਨਕਲਾਬ ਹੈ। ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਸੀ, ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰੂ ਸੀ, ਅੱਜ ਉਹ ਗੁਰੂ ਹਰ ਇੱਕ ਸਿੱਖ ਦਾ, ਹਰ ਇੱਕ ਮਨੁੱਖ ਦਾ ਹੈ। 10 ਜਾਮਿਆਂ 'ਚ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ ਕਿ ਸ਼ਬਦ ਦੀ ਕਮਾਈ ਕਿਵੇਂ ਕਰਨੀ ਹੈ। ਜਦੋਂ ਅਸੀਂ ਜੋਤ ਕਹਿੰਦੇ ਆ ਤਾਂ ਅਸੀਂ ਕਹਿੰਦੇ ਆ 10 ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤਾਂ ਭਾਟਾ ਨੇ ਸ਼ੁਰੂ ਕੀਤਾ ਜੋਤ ਦਾ ਕਨਸੈਪਟ, ਕਹਿਣ ਲੱਗੇ ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ। ਵਾਹਿਗੁਰੂ ਜੀ ਦੀ ਜੋਤ ਜਿਹੜੀ ਸੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਰੀਰ ਰੂਪ ਚ ਆਈ। ਵੈਸੇ ਸਾਡੇ ਸਾਰਿਆਂ ਦੇ ਅੰਦਰ ਰੱਬ ਦੀ ਜੋਤ ਵਸਦੀ ਹੈ, ਪਰ ਰੱਬ ਪ੍ਰਕਾਸ਼ਮਾਨ ਹੋ ਕੇ ਗੁਰੂ ਨਾਨਕ ਸਾਹਿਬ ਜੀ ਰਾਹੀਂ ਸੰਸਾਰ ਵਿੱਚ ਪ੍ਰਗਟ ਹੁੰਦਾ ਹੈ। ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਦੀਵੀ ਤੇ ਦੀਵਾਲੀ ਤੇ ਦੀਵੇ ਜਗਾਏ, ਬੜੇ ਬਹੁਤ ਦੀਵੇ ਜਗਾਏ। ਮੈਨੂੰ ਇਹ ਚੀਜ਼ ਨਹੀਂ ਸਮਝ ਆਈ ਇਤਿਹਾਸ ਪੜ੍ਹਦਿਆਂ ਕਿ ਕਦੋਂ ਆ ਪਟਾਕੇ ਚਲਾਉਣੇ ਸ਼ੁਰੂ ਹੋਏ। ਸਿੱਖੀ ਵਿੱਚ ਨਾ ਪਟਾਕੇ ਸੀ, ਨਾ ਬਾਹਰ ਦੇ ਦੀਵੇ ਸੀ। ਗੁਰਬਾਣੀ ਦੇ ਵਿੱਚ ਨਾ ਤੁਸੀਂ ਪ੍ਰਕਾਸ਼, ਚਾਨਣ, ਦੀਵਾ, ਲਾਈਟਿੰਗ, ਇਹਨਾਂ ਸ਼ਬਦਾਂ ਨੂੰ ਨਾ ਤੁਸੀਂ ਸਰਚ ਕਰਿਆ ਕਰੋ। ਇੱਕ ਬੇਨਤੀ ਕਰਾਂ, ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਖੋਜਣ ਵਾਲੇ ਨਹੀਂ ਬਣਦੇ, ਪੜ੍ਹਨਾ ਜ਼ਰੂਰੀ, ਉਸ ਤੋਂ ਅੱਗੇ ਸਮਝਣਾ। ਜਿੰਨੇ ਜਾਣੇ ਨਿਤਨੇਮ ਕਰਦੇ ਆ, ਇੱਕ ਨਿਤਨੇਮ ਦਾ ਸਟੀਕ ਗੁਰਦੁਆਰਾ ਸਾਹਿਬ ਤੋਂ ਲੈ ਕੇ ਜਾਓ। ਮੈਂ ਕਮੇਟੀ ਨੂੰ ਬੇਨਤੀ ਕਰਾਂਗਾ, ਨਿਤਨੇਮ ਸਟੀਕ ਜਿਹੜੇ ਮਰਜ਼ੀ ਗੁਰਮੁਖ ਦਾ ਲਿਆ ਕੇ ਰੱਖੋ, ਉਹ ਸਾਰੀ ਸੰਗਤ ਨੂੰ ਇੱਕ ਇੱਕ ਕਾਪੀ ਦਿਓ। ਸੰਗਤ ਜਦੋਂ ਨਿਤਨੇਮ ਕਰ ਲਵੇ, ਜਦੋਂ ਦਿਨ ਵਿੱਚ ਸਮਾਂ ਹੋਵੇ, ਤਾਂ ਜ਼ਰੂਰ ਉਹਦੇ ਅਰਥ ਪੜ੍ਹੋ। ਮੂਲ ਮੰਤਰ ਦੇ ਕੀ ਅਰਥ ਨੇ ਆਪਣੇ ਬੱਚਿਆਂ ਨੂੰ ਦੱਸੋ, ਕਿਉਂਕਿ ਅੱਜ ਬੜੀ ਪ੍ਰੋਬਲਮ ਹੈ। ਸਾਡੇ ਸਿੱਖਾਂ ਦੇ ਵਿੱਚੋਂ ਮੂਲ ਮੰਤਰ ਦਾ ਨਹੀਂ ਪਤਾ,
ਸਾਡੇ ਰੱਬ ਕਿੰਨੇ ਨੇ, ਸਾਡੇ ਗੁਰੂ ਕਿੰਨੇ ਨੇ, ਗੁਰੂ ਦੀਆਂ ਜੋਤਾਂ ਕਿੰਨੀਆਂ ਨੇ। ਜੇ ਤੁਸੀਂ ਵਾਹਿਗੁਰੂ ਜੀ ਬਾਰੇ ਜਾਣਨਾ ਹੈ ਕਿ ਸਿੱਖਾਂ ਦਾ ਵਾਹਿਗੁਰੂ ਕੌਣ ਹੈ, ਰੱਬ ਕੌਣ ਹੈ, ਤੇ ਉਹ ਮੂਲ ਮੰਤਰ ਹੈ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਅੱਗੇ ਬਾਣੀ ਦਾ ਨਾਮ ਹੈ ਤੇ ਗੁਰਮੁਖ ਜਪਦੇ ਨੇ, ਅੱਗੇ ਉਹਨਾਂ ਦੀ ਆਪਣੀ ਮੌਜ ਹੈ। ਗੁਰਮੰਤਰ ਕੀ ਹੈ? ਵਾਹਿਗੁਰੂ ਹੈ। ਸੋ ਘੱਟ ਤੋਂ ਘੱਟ ਜਿਹਦੇ ਨਾਲ ਅਸੀਂ ਗੱਲ ਕਰੀਏ, ਸਾਨੂੰ ਪਰਮਾਤਮਾ ਦੇ ਬਾਰੇ ਚ ਐਕਸਪਲੇਨ ਕਰਨਾ ਤਾਂ ਆਵੇ ਕਿ ਸਾਡਾ ਰੱਬ ਇਹ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜਾ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤੇ ਸਾਨੂੰ ਮਹਾਰਾਜ ਨੇ ਕਿਹਾ ਸੀ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਓਏ ਚਾਨਣ ਉਣ ਸੋਖਿਆ ਚੂਕਾ ਜਮ ਸਿਓ ਮੇਲ। ਬੜੀ ਜ਼ੋਰ ਜ਼ੋਰ ਦੀ ਅਸੀਂ ਸਾਰਿਆਂ ਸ਼ਬਦ ਪੜ੍ਹੇ, ਦੀਵਾਲੀ ਕੀ ਰਾਤ ਦੀਵੇ ਬਾਲੀਅਣ। ਹੁਣ ਗੁਰੂ ਸਾਹਿਬ ਕਿਹੜਾ ਦੀਵਾ ਕਹਿ ਰਹੇ ਆ? ਮਹਾਰਾਜ ਜੀ ਕਹਿ ਰਹੇ ਨੇ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਗੁਰੂ ਦੇ ਉਪਦੇਸ਼ ਦਾ ਜਦੋਂ ਚਾਨਣ ਹੋਇਆ, ਤੇਰੇ ਜੀਵਨ ਵਿੱਚੋਂ ਹਨੇਰਾ ਮਿਟ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਈ। ਇਹ ਲਾਈਟ ਸੀ। ਜਦੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ ਨਾ, ਗੁਰਬਾਣੀ ਨੂੰ ਪੜ੍ਹਨ ਦੇ ਕੁਝ ਨਿਯਮ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਹੜਾ ਹੁਕਮਨਾਮਾ ਆਉਂਦਾ ਹੈ, ਰਹਾਉ ਦੀਆਂ ਪੰਕਤੀਆਂ ਉਹਦਾ ਸੈਂਟਰਲ ਆਈਡੀਆ ਹੁੰਦੀਆਂ ਨੇ, ਜਿਹਨੂੰ ਕੇਂਦਰੀ ਭਾਵ ਕਹਿੰਦੇ ਆ। ਜੇ ਰਹਾਉ ਦੋ ਆ ਗਏ ਤੇ ਉਹਦਾ ਭਾਵ ਸਮਝ ਲੈਣਾ, ਪਹਿਲੇ ਰਹਾਉ ਵਿੱਚ ਸਵਾਲ ਹੈ, ਦੂਜੇ ਵਿੱਚ ਜਵਾਬ ਹੈ। ਪਰ ਜਦੋਂ ਤੁਸੀਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਦੇ ਹੋ, ਉਹਦੇ ਵਿੱਚ ਅਖੀਰਲੀ ਤੁਕ ਸੈਂਟਰਲ ਆਈਡੀਆ ਹੈ, ਬਾਕੀ ਐਗਜ਼ਾਮਪਲਸ ਨੇ। ਭਾਈ ਗੁਰਦਾਸ ਜੀ ਨੇ ਉਹ ਸ਼ਬਦ ਜਿਹੜਾ ਸੀ ਦੀਵਾਲੀ ਕੀ ਰਾਤ ਦੀਵੇ ਬਾਲੀਅਣ ਵਾਲੀ ਗੱਲ ਕਰਦੇ ਆ ਨਾ, ਭਾਈ ਸਾਹਿਬ ਜੀ ਕਹਿੰਦੇ, ਜਿਹੜੇ ਦੀਵੇ ਤੁਸੀਂ ਜਗਾਏ ਉਹ ਬੁਝ ਗਏ, ਜਿਹੜੇ ਤਾਰੇ ਰਾਤੀ ਚੜੇ ਸਨ ਛੁਪ ਗਏ, ਜਿਹੜੇ ਫੁੱਲ ਬੜੇ ਸੋਹਣੇ ਲੱਗੇ ਸਨ ਮੁਰਝਾ ਗਏ। ਐਵਰੀਥਿੰਗ ਇਜ਼ ਟੈਂਪਰੇਰੀ। ਤੇ ਜਦੋਂ ਸਿੱਖ ਪੁੱਛਦਾ ਭਾਈ ਗੁਰਦਾਸ ਜੀ ਨੂੰ ਕਿ ਫਿਰ ਟੈਂਪਰੇਰੀਲੀ ਤਾਂ ਇਹ ਚੀਜ਼ਾਂ ਹੈਗੀਆਂ ਨੇ, ਫਿਰ ਸਦਾ ਰਹਿਣ ਵਾਲੀ ਕਿਹੜੀ ਚੀਜ਼ ਹੈ? ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ। ਗੁਰਮੁਖ ਵਾਸਤੇ ਸੁਖ ਦੇਣ ਵਾਲੀ ਦਾਤ ਹੈ ਗੁਰੂ ਦਾ ਸ਼ਬਦ। ਉਸ ਗੁਰੂ ਦੇ ਸ਼ਬਦ ਨੂੰ ਸਿੱਖ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦਾ ਹੈ। ਜਦੋਂ ਵੀ ਜ਼ਿੰਦਗੀ 'ਚ ਮੁਸ਼ਕਿਲ ਬਣੇ, ਉਸ ਸ਼ਬਦ ਦਾ ਆਸਰਾ ਲੈਂਦਾ ਹੈ। ਜਦੋਂ ਵੀ ਜ਼ਿੰਦਗੀ ਦੇ ਵਿੱਚ ਡਾਊਟਸ, ਡਿਸਟਰਬੈਂਸ, ਡਿਸਟਰੈਕਸ਼ਨ ਹੋਵੇ, ਉਦੋਂ ਗੁਰੂ ਦੇ ਸ਼ਬਦ ਤੋਂ ਰੌਸ਼ਨੀ ਲੈ ਕੇ, ਮਹਾਰਾਜ ਆਹ ਕਹਿ ਰਹੇ, ਆਹ ਕਰਨਾ। ਅਸੀਂ ਇੱਥੇ ਆਏ ਹਾਂ, ਮੈਂ ਬਹੁਤ ਟਰੈਵਲ ਕਰਦਾ, ਮੈਂ ਬਜ਼ੁਰਗਾਂ ਕੋਲ ਕਈ ਵਾਰੀ ਬੈਠ ਕੇ ਪੁੱਛਦਾ ਹੁੰਦਾ, ਸਾਡੇ ਕੋਲ ਤਾਂ ਸੈਟਨੈਵ ਹੈ, ਗੂਗਲ ਹੈ, ਵੇਜ਼ ਹੈ, ਕਈ ਕੁਝ ਹੈਗਾ, ਤੁਸੀਂ ਕਿਵੇਂ ਸਫ਼ਰ ਕਰਦੇ ਸੀ? ਉਹ ਬੜਾ ਵਧੀਆ ਦੱਸਦੇ, ਕਹਿੰਦੇ ਮੈਪ ਖੋਲ ਲੈਣਾ, ਇੱਕ ਕਾਗਜ਼ ਤੇ ਲਿਖ ਲੈਣਾ, ਇੱਥੋਂ ਮੋਟਰਵੇ ਚੜ੍ਹਨਾ, ਆਹ ਜੰਕਸ਼ਨ ਤੇ ਉਤਰਨਾ। ਸਫ਼ਰ ਉਹ ਵੀ ਕਰਦੇ ਸੀ। ਤੁਸੀਂ ਆਪਣੀ ਡੈਸਟੀਨੇਸ਼ਨ ਜਿਹੜੀ ਹੈ ਉਹ ਆਪਣੇ ਮੈਪ ਤੇ ਪਾਈ ਤਾਂ ਤੁਸੀਂ ਪਹੁੰਚ ਗਏ। ਗੁਰਸਿੱਖ ਤੇ ਮਨਮੁਖ ਦਾ ਇਹ ਫਰਕ ਹੈ, ਗੁਰਸਿੱਖ ਨੇ ਡੈਸਟੀਨੇਸ਼ਨ ਪਾਈ ਵਾਹਿਗੁਰੂ ਦੀ ਪ੍ਰਾਪਤੀ ਦੀ, ਤੇ ਉਹਨੇ ਮਹਾਰਾਜ ਦੀ ਬਾਣੀ ਤੋਂ ਪੁੱਛ ਕੇ ਜਿਉਣਾ ਸ਼ੁਰੂ ਕਰ ਦਿੱਤਾ। ਮਨਮੁਖ ਨੂੰ ਪਤਾ ਹੀ ਨਹੀਂ ਮੈਂ ਕਰਨਾ ਕੀ ਹੈ, ਮਨਮੁਖ ਨੂੰ ਪਤਾ ਹੀ ਨਹੀਂ ਕਿ ਵਟ ਇਜ਼ ਦਾ ਏਮ ਆਫ ਲਾਈਫ। ਗੁਰਮੁਖ ਨੂੰ ਪਤਾ ਲੱਗ ਗਿਆ, ਰੋਜ਼ ਪੜ੍ਹਦਾ, ਉਹ ਪੜ੍ਹਦਾ ਹੈ, ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਦਿਸ ਇਜ਼ ਦਾ ਏਮ ਆਫ ਮਾਈ ਲਾਈਫ। ਬੜਾ ਕਲੀਅਰ ਹੋ ਗਿਆ। ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। You have to do all the duties, but don't attach with all these things. Your mind have to be attached with Vaheguru Ji through the Guru Shabad. ਫਿਰ ਨਹੀਂ ਕੋਈ ਮੁਸ਼ਕਿਲ ਆਉਂਦੀ। ਜੀਵਨ ਨੂੰ ਗੁਰੂ ਨੂੰ ਪੁੱਛ ਕੇ ਜਿਉਣਾ। ਹੁਣ ਬਾਹਰੀ ਖੇਡ ਇੱਕ ਵੱਖਰੀ, ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਇੱਥੇ ਆਣ ਕੇ ਸਾਡੀ ਮੁਸ਼ਕਿਲ ਬਣਦੀ ਹੈ। ਕੀ ਮੈਂ ਸ਼ਬਦ ਦਾ ਚੇਲਾ ਬਣ ਗਿਆ? ਇੱਕ ਚੀਜ਼ ਤੁਸੀਂ ਖਾਸ ਦੇਖੋਗੇ ਸਿੱਖੀ ਦੇ ਵਿੱਚ, ਉਹ ਹੈ ਜਿਹੜੇ ਸਤਿਗੁਰੂ ਮਹਾਰਾਜ ਜੀ ਸਾਨੂੰ ਕਹਿੰਦੇ ਨੇ ਨਾ, ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰੋ। ਉਹ ਗੁਰੂ ਸਾਹਿਬ ਜੀ ਆਪ ਪਹਿਲੋਂ ਗੁਰਬਾਣੀ ਅਨੁਸਾਰ ਜਿਉਂਦੇ ਰਹੇ ਨੇ।
ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਸਾਂਝੇ ਕਰਾਂ। ਮਹਾਰਾਜ ਜੀ ਕਹਿਣ ਲੱਗੇ ਮੈਨੂੰ ਸਭ ਤੋਂ ਜਿਹੜੀ ਪਿਆਰੀ ਚੀਜ਼ ਲੱਗਦੀ ਹੈ ਨਾ, ਉਹ ਗੁਰਬਾਣੀ ਲੱਗਦੀ ਹੈ। ਉਚਾਰਨ ਕਰਿਓ ਸਤਨਾਮ, ਉੱਚੀ ਬੋਲਿਓ ਸਾਰੇ, ਸਤਨਾਮ। ਸਭ ਤੋਂ ਪਿਆਰੀ ਚੀਜ਼, ਮੈਂ ਅੱਜ ਕੋਟੇਸ਼ਨਸ ਜ਼ਿਆਦਾ ਗੁਰੂ ਗ੍ਰੰਥ ਸਾਹਿਬ 'ਚ ਰੱਖਾਂਗਾ ਵੀ ਮਹਾਰਾਜ ਤੁਹਾਨੂੰ ਕਿਹੜੀ ਚੀਜ਼, ਸਾਨੂੰ ਕਿਹੜੀ ਚੀਜ਼ ਪਿਆਰੀ ਲੱਗਦੀ ਹੈ। ਜਿਹੜੀ ਚੀਜ਼ ਸਾਨੂੰ ਪਿਆਰੀ ਲੱਗਦੀ ਹੈ, ਫੋਰ ਐਗਜ਼ਾਮਪਲ ਤੁਹਾਨੂੰ ਕੋਈ ਮੂਵੀ ਵਧੀਆ ਲੱਗੀ, ਤੁਸੀਂ ਦੇਖਣ ਗਏ। ਅਸੀਂ ਫੈਮਿਲੀਜ਼ ਨਾਲ ਜਾਂਦੇ ਹਾਂ ਚੰਗੀਆਂ ਮੂਵੀਜ਼ ਦੇਖਣ ਵਾਸਤੇ ਕਿਉਂਕਿ ਚੰਗੀ ਲੱਗਦੀ ਹੈ, ਪਰ ਗੁਰਬਾਣੀ ਸਾਨੂੰ ਮੂਵੀ ਜਿੰਨੀ ਵੀ ਨਹੀਂ ਚੰਗੀ ਲੱਗਦੀ। ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਹੋਵੇ, ਸਹਿਜ ਪਾਠ ਹੋਵੇ, ਈਵਨ ਸੁਖਮਨੀ ਸਾਹਿਬ ਦਾ ਪਾਠ ਵੀ ਹੋਵੇ, ਅਸੀਂ ਬੈਠ ਕੇ ਨਹੀਂ ਸੁਣਦੇ, ਸੌਰੀ ਟੂ ਸੇ, ਕਿਉਂਕਿ ਪਿਆਰੀ ਨਹੀਂ ਲੱਗਦੀ। ਪਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਹੜੀ ਚੀਜ਼ ਪਿਆਰੀ ਲੱਗਦੀ ਹੈ? ਮਹਾਰਾਜ ਜੀ ਕਹਿਣ ਲੱਗੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ। ਕਹਿਣ ਲੱਗੇ ਇਹ ਜਿਹੜੀ ਮੈਨੂੰ ਸਭ ਤੋਂ ਪਿਆਰੀ ਚੀਜ਼ ਲੱਗਦੀ ਹੈ ਉਹ ਗੁਰਬਾਣੀ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ। ਗੁਰੂ ਸਾਹਿਬ ਕਹਿਣ ਲੱਗੇ ਮੈਂ ਇਸ ਗੁਰੂ ਨੂੰ ਇੱਕ ਪਲ ਲਈ ਵੀ ਆਪਣੇ ਮਨ ਤੋਂ ਵਿਸਾਰਦਾ ਨਹੀਂ ਹਾਂ। ਹੁਣ ਇੱਕ ਪਲ ਵੀ ਨਾ ਵਿਸਾਰਨ ਦਾ ਮਤਲਬ ਹੈ ਜਿਵੇਂ ਸਾਨੂੰ ਇਸ ਕੰਟਰੀ ਦੇ ਕੋਡ ਆਫ ਕੰਡਕਟ ਪਤਾ ਨੇ, ਲਾਜ਼ ਪਤਾ ਨੇ, ਸਾਨੂੰ ਪਤਾ ਸਾਡੇ ਘਰ ਦੇ ਕੀ ਰੂਲ ਐਂਡ ਰੈਗੂਲੇਸ਼ਨ ਨੇ, ਇਸੇ ਤਰ੍ਹਾਂ ਸਾਨੂੰ ਪਤਾ ਹੋਵੇ ਸਾਡੇ ਜੀਵਨ ਦੇ ਰੂਲ ਐਂਡ ਰੈਗੂਲੇਸ਼ਨ ਕੀ ਨੇ ਗੁਰੂ ਦੀ ਮੱਤ ਦੇ ਅਨੁਸਾਰ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਉਹ ਰੱਬੀ ਜੋਤ ਗੁਰੂ ਨਾਨਕ ਸਾਹਿਬ 'ਚ ਪ੍ਰਕਾਸ਼ਮਾਨ ਹੋਈ। ਗੁਰੂ ਨਾਨਕ ਸਾਹਿਬ ਜੀ ਨੇ ਰੱਬੀ ਜੋਤ ਦੀ ਬਾਣੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਦਿੱਤੀ। ਲਾਸਟ ਟਾਈਮ ਅਸੀਂ ਇੱਥੋਂ ਤੱਕ ਵਿਚਾਰ ਕੀਤੀ ਸੀ ਤੇ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੁਝ ਸ਼ਬਦ ਸਾਂਝੇ ਕਰਕੇ ਚੱਲਦੇ ਹਾਂ। ਮਹਾਰਾਜ ਜੀ ਕਹਿਣ ਲੱਗੇ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। The Gurbani is my true sport of my soul, my mind, my body. ਮੈਂ ਗੁਰਬਾਣੀ ਆਧਾਰ ਹੈ। ਆਧਾਰ ਦਾ ਮਤਲਬ ਹੁੰਦਾ ਸਪੋਰਟ। ਗੁਰਬਾਣੀ ਲਾਗ ਰਹਾਉ। ਫਿਰ ਮਹਾਰਾਜ ਨੇ ਸਾਨੂੰ ਇੱਕ ਏਮ ਦਿੱਤਾ ਕਿ ਤੁਸੀਂ ਕਿਹਦੇ ਵਰਗੇ ਬਣਨਾ, ਕਿਹਦੇ ਵਰਗੇ ਬਣਨਾ। ਸਾਡੀ ਜ਼ਿੰਦਗੀ ਦਾ ਕੋਈ ਨਾ ਕੋਈ ਏਮ ਹੈ। ਅਸੀਂ ਟਾਟੇ ਬਿਰਲੇ ਵਰਗੇ ਬਣਨਾ, ਜਾਂ ਕਿਸੇ ਅਮੀਰ ਸਿੱਖ ਵਰਗੇ ਬਣਨਾ, ਜਾਂ ਕਿਸੇ ਮਹਾਂਪੁਰਸ਼ਾਂ ਵਰਗੇ ਬਣਨਾ, ਜਾਂ ਕਿਸੇ ਸਾਡੇ ਕੋਈ ਸਕਾਲਰ ਨੇ, ਸਾਡਾ ਕੋਈ ਨਾ ਕੋਈ ਆਈਡੀਅਲ ਹੈ। ਸਿੱਖੀ 'ਚ ਇੱਕ ਬੜੀ ਵੱਡੀ ਪ੍ਰੋਬਲਮ ਹੈ। ਮੈਂ ਪਰਸਨਲੀ ਕਿਸੇ ਨੂੰ ਕਹਿ ਰਿਹਾ, ਪਰ ਰੋਜ਼ ਨਵੇਂ ਬਾਬੇ ਪੈਦਾ ਹੋ ਰਹੇ ਨੇ, ਰੋਜ਼ ਨਵੇਂ ਬਾਬੇ ਪੈਦਾ ਹੋ ਰਹੇ ਨੇ। ਕ੍ਰਿਸਚੈਨਿਟੀ ਨੇ ਕੋਈ ਉਹਨਾਂ ਦਾ ਬੰਦਾ, ਕੋਈ ਪਾਦਰੀ ਸੇਵਾ ਕਰਦਾ ਬਹੁਤ ਵੱਡੀ, ਉਹਦੇ ਮਰਨ ਤੋਂ ਬਾਅਦ 30 ਸਾਲ ਦੀ ਵੇਟ ਕਰਦੇ ਹੈ ਕਿ ਉਹਦੀ ਜ਼ਿੰਦਗੀ ਦਾ ਕੋਈ ਪਾਪ ਸਾਹਮਣੇ ਆਵੇ। ਜੇ ਨਹੀਂ ਆਇਆ ਤੇ ਫਿਰ ਉਹਨੂੰ ਸੰਤ ਦੀ ਉਪਾਧੀ ਦਿੰਦੇ ਨੇ। ਪੜ੍ਹ ਕੇ ਦੇਖ ਲਿਓ, 30 ਸਾਲ ਉਹਦੇ ਮਰਨ ਤੋਂ ਬਾਅਦ। ਇਹ ਸਿੱਖੀ ਦੇ ਵਿੱਚ ਐਸਾ ਹੈ? ਸਿੱਖੀ ਦੇ ਵਿੱਚ ਥੋੜਾ ਜਿਹਾ ਲਿਬਾਸ ਪਾ ਲਵੋ, 2-4 ਬੰਦੇ ਨਾਲ ਰੱਖ ਲਵੋ, ਤੁਸੀਂ ਆਪਣੇ ਆਪ ਨੂੰ ਸੰਤ ਕਹਾਵੋ। ਅਸੀਂ ਕਹਿਣਾ ਸ਼ੁਰੂ ਕਰ ਦਿੱਤਾ। ਸੰਤ ਬਾਹਰੀ ਦਿਖਾਵੇ ਦਾ ਨਾਮ ਨਹੀਂ ਹੈ। ਇਹ ਪ੍ਰੋਬਲਮ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਵੋ। ਇੱਕ ਐਗਜ਼ਾਮਪਲ ਮੈਂ ਦੇਣਾ ਆਪਣੀ ਲਾਈਫ ਦੇ ਵਿੱਚੋਂ। ਮੈਂ ਗੁਰਦੁਆਰਾ ਛੇਹਰਟਾ ਸਾਹਿਬ ਹੈਡ ਗ੍ਰੰਥੀ ਸੀ, ਉੱਥੇ ਰੋਜ਼ ਕਥਾ ਕਰਨੀ, ਸੰਗਤ ਪਿਆਰ ਕਰਦੀ ਸੀ। ਹੁਣ ਤੁਹਾਡੇ ਵਾਸਤੇ ਮੈਂ ਗੁਰੂ ਦਾ ਸਿੱਖ ਹਾਂ, ਇਸ ਵੇਲੇ ਸਭ ਤੋਂ ਵਧੀਆ ਮਨੁੱਖ ਹਾਂ। ਉੱਥੇ ਇੱਕ ਸਿੰਘ ਰੋਜ਼ ਨੌਜਵਾਨ ਆਉਂਦਾ ਸੀ, ਉੱਥੇ OCM ਮਿਲ ਸੀ ਲਾਗੇ, ਉੱਥੇ ਮੈਨੇਜਰ ਸੀ ਉਹ। ਇੱਕ ਦਿਨ ਉਹ ਰੂਮ 'ਚ ਆਇਆ, ਬੈਠਾ, ਕਹਿੰਦਾ ਭਾਈ ਸਾਹਿਬ ਤੁਸੀਂ ਨਾ ਮੇਰੇ ਆਈਡੀਅਲ ਹੋ ਮੇਰੀ ਲਾਈਫ ਦੇ। ਇੱਥੇ ਗਲਤੀ ਹੋ ਜਾਂਦੀ ਹੈ। ਮੈਨੂੰ ਕਿਹਾ ਤੇਰਾ ਆਈਡੀਅਲ ਰੋਂਗ ਹੈ। ਮੈਂ ਅੱਜ ਵੀ ਡਿੱਗ ਸਕਦਾ, ਅੱਜ ਵੀ ਕੋਈ ਗਲਤ ਕੰਮ ਕਰ ਸਕਦਾ, ਕੱਲ ਵੀ ਕਰ ਸਕਦਾ। ਤੈਨੂੰ ਮੇਰੀ ਲਾਈਟਿੰਗ ਲਾਈਫ ਦਾ ਪਤਾ ਆ, ਡਾਰਕ ਲਾਈਫ ਦਾ ਨਹੀਂ ਪਤਾ ਮੈਂ ਕੀ ਆ, ਇਹ ਸਾਨੂੰ ਨਹੀਂ ਪਤਾ। ਮੈਂ ਕਿਹਾ ਜੇ ਆਈਡੀਅਲ ਬਣਾਉਣਾ ਹੈ ਨਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰਾਂ ਨੂੰ ਆਪਣਾ ਆਈਡੀਅਲ ਬਣਾ ਕੇ ਮੈਂ ਸਾਹਿਬਜ਼ਾਦਾ ਅਜੀਤ ਸਿੰਘ ਵਾਂਗੂ ਜਿਉਣਾ ਆ, ਮੈਂ ਸਾਹਿਬਜ਼ਾਦਾ ਜੁਝਾਰ ਸਿੰਘ ਵਾਂਗੂ ਜਿਉਣਾ ਆ, ਮੈਂ ਭਾਈ ਮਨੀ ਸਿੰਘ ਜੀ ਵਾਂਗੂ ਜਿਉਣਾ ਆ, ਬਾਬਾ ਦੀਪ ਸਿੰਘ ਜੀ ਵਾਂਗੂ ਜਿਉਣਾ ਆ, ਹਰੀ ਸਿੰਘ ਨਲਵੇ ਵਾਂਗੂ ਜਿਉਣਾ ਆ, ਭਾਈ ਗੁਰਦਾਸ ਜੀ ਵਾਂਗੂ ਜਿਉਣਾ ਆ, ਭਾਈ ਨੰਦ ਲਾਲ ਜੀ ਵਾਂਗੂ ਜਿਉਣਾ ਆ। ਉਚਾਰਨ ਕਰਿਓ ਸਤਨਾਮ।
ਆਪਣੇ ਆਈਡੀਅਲ ਬਦਲੋ। ਗੁਰੂ ਸਾਹਿਬ ਸਾਡਾ ਆਈਡੀਅਲ ਕਿਹੋ ਜਿਹਾ ਬਣਾ ਰਹੇ ਆ। ਮੈਂ ਗੁਰਬਾਣੀ ਦੇ ਵਿੱਚੋਂ ਪ੍ਰਮਾਣ ਦੇ ਕੇ, ਕਿਉਂਕਿ ਜਦੋਂ ਗੁਰੂ ਮੰਨਣਾ ਆ ਤੇ ਉਹਦੇ ਵਿੱਚ ਬੜਾ ਕੁਝ ਮਿਸਿੰਗ ਆ। ਇਕੱਲਾ ਕਹਿਣ ਦੇ ਨਾਲ ਗੁਰੂ ਨਹੀਂ। ਮਹਾਰਾਜ ਜੀ ਕਹਿਣ ਲੱਗੇ ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਹ ਸਾਡਾ ਆਈਡੀਓਲੋਜੀ ਆਫ ਸਿੱਖੀਜ਼ਮ ਹੈ ਕਿ ਹਰ ਇੱਕ ਸਿੱਖ ਗੁਰਬਾਣੀ ਵਰਗਾ ਬਣੇ। ਮਹਾਰਾਜ ਦੇ ਬਚਨ ਨੇ। ਬਾਕੀ ਚੀਜ਼ਾਂ ਨੂੰ ਤੁਸੀਂ ਚੈਲੰਜ ਕਰ ਸਕਦੇ ਆ, ਸਿੱਖ ਹੋ ਕੇ ਕੋਈ ਗੁਰਬਾਣੀ ਨੂੰ ਚੈਲੰਜ ਨਹੀਂ ਕਰ ਸਕਦਾ। ਹਾਂ, ਜੇ ਅਰਥਾਂ ਨੂੰ ਵੀ ਚੈਲੰਜ ਹੋ ਸਕਦੇ ਆ ਕਿ ਭਾਈ ਸਾਹਿਬ ਤੁਸੀਂ ਅਰਥ ਨਹੀਂ ਠੀਕ ਕੀਤੇ, ਉਹ ਠੀਕ ਨੇ, ਉਹ ਠੀਕ ਨੇ, ਪਰ ਗੁਰਬਾਣੀ ਦੀ ਅਥੈਂਟਿਸਿਟੀ ਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ। ਕੀ ਸ਼ਬਦ ਮਿਲਿਆ? ਮਹਾਰਾਜ ਜੀ ਕਹਿ ਲਗੇ ਸਤਿਗੁਰੂ ਕੀ ਬਾਣੀ ਸਤ ਸਰੂਪ ਹੈ। ਇਹ ਜਿਹੜੀ ਗੁਰੂ ਦੀ ਬਾਣੀ ਹੈ ਇਹ ਵਾਹਿਗੁਰੂ ਦਾ ਰੂਪ ਹੈ। ਗੁਰਬਾਣੀ ਬਣੀ ਹੈ, ਗੁਰੂ ਦੀ ਬਾਣੀ ਵਰਗੇ ਬਣਨਾ ਹੈ ਤੁਸੀਂ। ਭਾਵ ਇਹ ਗੁਰਬਾਣੀ ਤੁਹਾਡੀ ਲਾਈਫ ਵਿੱਚ ਪ੍ਰੈਕਟੀਕਲ ਰੂਪ ਵਿੱਚ ਆਵੇ। ਇੱਥੇ ਮੁਸ਼ਕਿਲ ਆ ਗਈ, ਇੱਥੇ ਮੁਸ਼ਕਿਲ ਆ ਗਈ। ਪਹਿਲੀ ਗੱਲ ਤੇ ਪੜ੍ਹੀ ਨਹੀਂ। ਜੇ ਪੜ੍ਹੀ ਹੈ ਤਾਂ ਸਮਝੀ ਨਹੀਂ, ਜੇ ਸਮਝੀ ਹੈ ਤਾਂ ਉਹਨੂੰ ਸੀਰੀਅਸ ਨਹੀਂ ਲਿਆ। ਕਬੀਰ ਸਾਹਿਬ ਜੀ ਨੇ ਇਹਨੂੰ ਇੰਜ ਕਿਹਾ, ਕੋਈ ਲੋਕ ਜਾਣਾ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਲੋਕੀ ਕਹਿੰਦੇ ਗੀਤ ਹੈ ਜੀ, ਬੜੀ ਸੋਹਣੀ ਟਿਊਨ ਲੈ ਲਈ, ਬੜਾ ਸੋਹਣਾ ਰਾਗ ਵਿੱਚ ਗਾ ਦਿੱਤਾ, ਬੜੇ ਸੋਹਣੀ ਪਾਠ ਕਰ ਦਿੱਤਾ, ਬੜਾ ਸੋਹਣਾ ਪਾਠ ਅਸੀਂ ਕਰ ਲਿਆ ਸੁਖਮਨੀ ਸਾਹਿਬ ਜੀ ਦਾ। ਕਹਿ ਲੱਗੇ ਨਹੀਂ, ਇੰਜ ਨਹੀਂ ਹੈ। ਲੋਕ ਜਾਣਾ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਜਿਉ ਕਾਸ਼ੀ ਉਪਦੇਸ਼ ਹੋਏ ਮਾਨਸ ਸਮਰਤੀ ਬਾਰ। ਉਹਨਾਂ ਨੇ ਉਦਾਹਰਨ ਦਿੱਤੀ, ਹਿੰਦੂ ਧਰਮ ਦੇ ਵਿੱਚ ਕਾਸ਼ੀ ਵਿੱਚ ਜਾ ਕੇ ਕੋਈ ਉਪਦੇਸ਼ ਲਵੇ ਉਹ ਮੁਕਤ ਹੋ ਜਾਂਦਾ ਹੈ। ਕਹਿਣ ਲੱਗੇ ਸਾਡੇ ਵਿੱਚ ਗੁਰੂ ਦੇ ਸ਼ਬਦ ਨਾਲ ਜੁੜ ਜਾਵੇ ਉਹ ਮੁਕਤ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਕੇ ਸਿੱਖਾਂ ਨੂੰ ਬਾਣੀ ਪ੍ਰੇਮ ਸਹਿਤ ਪੜ੍ਹਨ ਦੀ ਗੱਲ ਕੀਤੀ। ਅਸੀਂ ਨਾ ਇੱਥੇ, ਮੈਂ ਤੁਹਾਡੇ ਲਾਗੇ ਜੇਲ੍ਹ ਦੇ ਵਿੱਚ ਆਉਣਾ, ਇੱਥੇ ਵੁੱਡਹਿਲ, HMP ਵੁੱਡਹਿਲ ਮੇਰੀ ਚੈਪਲਨਸੀ ਦੀ ਸੇਵਾ ਆ। ਮੈਂ ਤੁਹਾਡੇ ਨਾਲ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦਾ। ਜਪਜੀ ਸਾਹਿਬ ਦਾ ਪਾਠ ਅਸੀਂ ਕਿੰਨੇ ਮਿੰਟ 'ਚ ਕਰਦੇ ਹੋਵਾਂਗੇ? 10 ਮਿੰਟ 'ਚ, 15 ਮਿੰਟ 'ਚ। ਸਾਨੂੰ 45 ਮਿੰਟ ਲੱਗਦੇ ਆ ਜਪਜੀ ਸਾਹਿਬ ਦਾ ਪਾਠ ਕਰਦੇ ਆ। ਪਾਠ ਕਰਨਾ ਸਭ ਤੋਂ ਪਹਿਲੀ ਸ਼ਰਤ ਇਹ ਹੈ, ਹੌਲੀ ਕਰਨਾ। ਇਹ ਜ਼ਰੂਰੀ ਸਾਰਿਆਂ ਲਈ। ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਕਿ ਅਖੰਡ ਪਾਠ ਜੇ ਕਰਨਾ ਹੈ, ਸਮਾਂ ਭਾਵੇਂ ਵਧੇਕ ਲੱਗ ਜਾਏ ਪਰ ਪਾਠ ਹੌਲੀ ਹੌਲੀ ਕੀਤਾ ਜਾਵੇ। ਜਪਜੀ ਸਾਹਿਬ 5 ਮਿੰਟ 'ਚ ਨਹੀਂ ਹੋ ਸਕਦਾ। ਜਪਜੀ ਸਾਹਿਬ ਨੂੰ ਪੜ੍ਹਨ ਤੋਂ ਬਾਅਦ ਨੈਕਸਟ ਜਿਹੜਾ ਸਟੈਪ ਹੈ ਕਿ ਪਹਿਲੀ ਗੱਲ ਉਹਨੂੰ ਟਾਈਮ ਦੇ ਕੇ ਪੜ੍ਹੋ ਜਿੰਨਾ ਪਾਠ ਕਰਨਾ ਆ, ਕਿਉਂਕਿ ਤੁਸੀਂ ਤੇ ਰੱਬ ਦੇ ਵਿੱਚ ਉਹ ਅਕਾਲ ਆ, ਟਾਈਮਲੈਸ ਆ। ਜਦੋਂ ਘੜੀ ਦੇਖ ਕੇ ਟਾਈਮ ਕੀਤਾ ਆਨੰਦ ਨਹੀਂ ਆਵੇਗਾ। ਦੂਸਰੀ ਬੇਨਤੀ ਕਰਦੇ ਹਾਂ, ਟਰਾਈ ਟੂ ਅੰਡਰਸਟੈਂਡ ਵਾਟ ਯੂ ਆਰ ਡੂਇੰਗ। ਜਿਹੜਾ ਪਾਠ ਕੀਤਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਤੀਸਰੀ ਬੇਨਤੀ, ਜੋ ਸਮਝ ਵਿੱਚ ਆਇਆ ਉਹਦੇ ਤੇ ਭਰੋਸਾ ਕਰਕੇ ਜਿਉਣ ਦੀ ਕੋਸ਼ਿਸ਼ ਕਰੀਏ। ਉਚਾਰਨ ਕਰਿਓ ਸਤਨਾਮ, ਉੱਚੀ ਬੋਲਿਓ ਜੀ ਸਤਨਾਮ। ਇੱਕ ਗੱਲ ਤੇ ਮੈਂ ਸਿੰਪਲ ਜੀ ਜਪਜੀ ਸਾਹਿਬ ਤੋਂ ਸਾਂਝੀ ਕਰ ਦੇਣਾ ਤੁਹਾਡੇ ਨਾਲ, ਇੱਕ ਗੱਲ ਹੀ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਬਖਸ਼ਿਸ਼ ਕੀਤੀ ਸਾਡੇ ਉੱਪਰ, ਸਾਰੀ ਮਨੁੱਖਤਾ ਦੇ ਉੱਪਰ, ਇਕੱਲੇ ਸਿੱਖਾਂ ਉੱਪਰ ਨਹੀਂ। ਮਹਾਰਾਜ ਜੀ ਨੇ ਸਾਨੂੰ ਇੱਕ ਚੀਜ਼ ਮੰਗਣੀ ਸਿਖਾਈ ਜਿਹੜੀ ਅਸੀਂ ਮੰਗਦੇ ਨਹੀਂ। ਮਹਾਰਾਜ ਕਹਿਣ ਲੱਗੇ ਗੁਰਾ ਇੱਕ ਦੇ ਬੁਝਾਈ। ਉੱਥੇ ਗੁਰਾ ਨਹੀਂ ਹੈ, ਬਿੰਦੀ ਨਹੀਂ ਹੈ, ਉਚਾਰਨ ਵਿੱਚ ਨਹੀਂ ਹੈ, ਸੰਬੋਧਨੀ ਸ਼ਬਦ ਹੈ। ਇਹ ਸਤਿਗੁਰੂ ਜੀ ਮੈਨੂੰ ਗੱਲ ਸਮਝਾ ਦਿਓ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਸਿੱਖਣਾ ਹੈ। ਗੁਰੂ ਜੀ ਮੈਨੂੰ ਗਿਆਨ ਦੇ ਦਿਓ, ਗੁਰੂ ਜੀ ਮੈਨੂੰ ਮੱਤ ਦੇ ਦਿਓ ਕਿ ਜਿਹੜਾ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਹੈ, ਇੱਕ ਓੰਕਾਰ ਹੈ, ਉਹ ਮੈਨੂੰ ਕਦੇ ਵੀ ਵਿਸਰ ਨਾ ਜਾਵੇ। ਹੁਣ ਇਹਦੇ ਵਿੱਚ ਤੁਹਾਨੂੰ 3 ਚੀਜ਼ਾਂ ਮਿਲੀਆਂ। ਪਹਿਲੀ ਗੱਲ, ਗੁਰੂ ਕੋਲੋਂ ਮੰਗਣਾ ਕੀ ਹੈ? ਗੁਰੂ ਨਾਲ ਜੁੜ ਕੇ ਗੁਰੂ ਕੋਲੋਂ ਮੰਗਣਾ ਕੀ ਹੈ? ਦੂਜੀ ਗੱਲ ਸਮਝ ਆਈ, ਸਾਰੀ ਕਾਇਨਾਤ ਨੂੰ ਦਾਤਾਂ ਦੇਣ ਵਾਲਾ ਇੱਕੋ ਹੈ। ਜਦੋਂ ਇਹ ਗੱਲ ਦਾ ਭਰੋਸਾ ਆ ਗਿਆ ਨਾ, ਫਿਰ ਅਸੀਂ ਕਿਸੇ ਬਾਬੇ ਕੋਲ ਨਹੀਂ ਜਾਵਾਂਗੇ।
ਕਿਸੇ ਜੋਤਸ਼ੀ ਕੋਲ ਨਹੀਂ ਜਾਵਾਂਗੇ, ਕਿਸੇ ਦੂਸਰੇ ਕੋਲ ਨਹੀਂ ਮੰਗਾਂਗੇ ਖਿਮਾ ਕਰਨਾ। ਫਿਰ ਅਸੀਂ ਆਪਣੇ ਬੱਚਿਆਂ ਦੇ ਵਿਆਹਾਂ ਤੇ ਦਾਜ ਵੀ ਨਹੀਂ ਮੰਗਾਂਗੇ, ਫਿਰ ਕੁਝ ਵੀ ਨਹੀਂ ਮੰਗਾਂਗੇ, ਕਿਉਂਕਿ ਸਾਨੂੰ ਮੰਗਣ ਵਾਲਾ ਮਿਲ ਗਿਆ ਕਿ ਵਾਹਿਗੁਰੂ ਕੋਲੋਂ ਮੰਗਣਾ, ਹੋਰ ਕਿਸੇ ਕੋਲੋਂ ਮੰਗਣਾ ਨਹੀਂ। ਸਿੱਖ ਦੇ ਜੀਵਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ, ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ, ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਆਸ ਪੁਰਾਈਐ। ਉਚਾਰਨ ਕਰਿਓ ਸਤਨਾਮ। ਦੋ ਗੱਲਾਂ ਹੋ ਗਈਆਂ ਜੀ, ਇੱਕ ਗੁਰੂ ਕੋਲੋਂ ਮੰਗਣਾ ਕੀ ਹੈ, ਇੱਕ ਦੋ ਪੌੜੀਆਂ ਦੀ ਗੱਲ ਕਰੇ, ਗੁਰੂ ਦੇ ਨਾਲ ਜੁੜ ਕੇ ਗੁਰੂ ਕੋਲੋਂ ਮੰਗਣਾ ਕੀ ਹੈ, ਉਹਦੇ ਵਿੱਚੋਂ ਸਮਝ ਆਈ ਸਭਨਾ ਜੀਆਂ ਕਾ ਇੱਕ ਦਾਤਾ। ਫਿਰ ਦੂਸਰੀ ਗੱਲ ਸਮਝ ਆਈ, ਸੋ ਮੈਂ ਵਿਸਰ ਨਾ ਜਾਈ, ਮੈਂ ਆਪਣਾ ਜੀਵਨ ਵਾਹਿਗੁਰੂ ਦੀ ਹਜ਼ੂਰੀ ਵਿੱਚ ਬਤੀਤ ਕਰਾਂ। ਤੁਸੀਂ ਦੇਖੋ ਗੁਰਦੁਆਰੇ ਸਾਡੀ ਲਾਈਫ ਦਾ ਕਿੰਨਾ ਫਰਕ ਹੈ। ਪਰਸਨਲੀ ਘਰ ਦੇ ਵਿੱਚ ਅਸੀਂ ਜਿਵੇਂ ਦੇ ਮਰਜ਼ੀ ਹੋਈਏ, ਆਪਣੇ ਜੌਬ ਦੇ ਉੱਪਰ ਜਿਵੇਂ ਦੇ ਮਰਜ਼ੀ ਹੋਈਏ, ਪਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਆ ਨਾ, ਅਸੀਂ ਇੱਕ ਸੋਚ ਕੇ ਆਉਂਦੇ ਆ ਕਿ ਗੁਰੂ ਕੀ ਹਜ਼ੂਰੀ ਵਿੱਚ ਚੱਲੇ ਆ, ਅਸੀਂ ਨਿਮਰਤਾ ਰਹਿਣਾ, ਪ੍ਰੇਮ ਨਾਲ ਰਹਿਣਾ, ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ। ਮਹਾਰਾਜ ਜੀ ਕਹਿਣ ਲੱਗੇ ਮੇਰੇ ਤੇ ਕਿਰਪਾ ਕਰੋ, ਮੈਂ 24 ਘੰਟੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਰਵਾਂ। ਉਚਾਰਨ ਕਰਿਓ ਸਤਨਾਮ। ਇੱਕ ਵਾਰੀ ਫਿਰ ਪੜਿਓ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਜਦੋਂ ਪਿਆਰ ਨਾਲ ਪੜਾਂਗੇ ਫਿਰ ਬੜੇ ਰਤਨ ਅਮੋਲਕ ਮਿਲਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ, ਭਾਈ ਪਿਆਰ ਨਾਲ ਸਮਝ ਕੇ ਬਾਣੀ ਪੜੋ। ਗੁਰੂ ਹਰਿ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਦਾ ਸਤਿਕਾਰ ਸਿਖਾਇਆ। ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਸਿੱਖ ਕੀਰਤਨ ਕਰਦੇ ਆ ਰਹੇ ਸਨ। ਮੈਨੂੰ ਕਿਵੇਂ ਕਰਨਾ, ਕੱਚੀਆਂ ਧਾਰਨਾ ਨਹੀਂ ਸਨ ਪੜ੍ਹਦੇ। ਗੁਰ ਇਤਿਹਾਸ ਵਿੱਚ ਕਿਧਰੇ ਵੀ ਸਿੱਖ ਕੱਚੀਆਂ ਧਾਰਨਾਵਾਂ ਨਹੀਂ ਪੜ੍ਹਦੇ। ਇਹ ਜਿੱਥੇ ਮਰਜ਼ੀ ਫੋਲੋ ਇਤਿਹਾਸ, ਸ਼ਬਦ ਪੜ੍ਹਦੇ ਆ ਰਹੇ ਨੇ। ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਰਾਮ ਕਰ ਰਹੇ ਨੇ। ਆਰਾਮ ਕਰਦੇ ਸਮੇਂ ਸ਼ਬਦ ਕੰਨਾਂ ਵਿੱਚ ਪਿਆ, ਕਾਹਲੀ ਨਾਲ ਉੱਠੇ, ਆਪਣੇ ਕਮਰੇ ਵਿੱਚੋਂ ਗੋਡੇ ਤੇ ਸੱਟ ਲੱਗ ਗਈ, ਸੰਗਤਾਂ ਦੇ ਅੱਗੇ ਆਣ ਕੇ ਖਲੋ ਗਏ ਹੱਥ ਜੋੜ ਕੇ। ਸੰਗਤਾਂ ਨੂੰ ਜੀਆਂ ਕਿਹਾ ਬੈਠੀਆਂ। ਸੰਗਤਾਂ ਦੇ ਮੁਖੀ ਸਿੱਖ ਨੇ ਕਿਹਾ, ਮਹਾਰਾਜ ਕੀ ਹੋਇਆ, ਤੁਹਾਡੇ ਗੋਡੇ ਚੋਂ ਖੂਨ ਵਗ ਰਿਹਾ ਹੈ, ਸੱਟ ਲੱਗ ਗਈ ਹੈ। ਮਹਾਰਾਜ ਕਾਹਲੀ ਕਰਨ ਦੀ ਕੀ ਲੋੜ ਸੀ, ਸਿੱਖ ਵੀ ਤੁਹਾਡੇ, ਬਾਣੀ ਵੀ ਤੁਹਾਡੀ। ਮਹਾਰਾਜ ਨੇ ਉੱਥੇ ਬਚਨ ਕੀਤਾ, ਨਹੀਂ, ਬਾਣੀ ਨਿਰੰਕਾਰ ਦੀ ਹੈ, ਸਾਡੀ ਨਹੀਂ। ਗੁਰਬਾਣੀ ਚੋਂ ਪ੍ਰਮਾਣ ਬਹੁਤ ਸਾਰੇ ਨੇ। ਮਹਾਰਾਜ ਜੀ ਕਹਿਣ ਲੱਗੇ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਏ। ਇਹ ਬਾਣੀ ਨਿਰੰਕਾਰ ਦੀ ਹੈ, ਇਸ ਦੇ ਬਰਾਬਰ ਸਿੱਖ ਦੀ ਜ਼ਿੰਦਗੀ 'ਚ ਕੋਈ ਨਹੀਂ ਹੈ। ਗੁਰੂ ਸਾਹਿਬ ਜੀ ਨੇ ਫਿਰ ਉੱਥੇ ਬਚਨ ਕੀਤਾ, ਕਹਿਣ ਲੱਗੇ, ਜਿਨ ਭੈ ਅਦਬ ਨ ਬਾਣੀ ਧਾਰਾ, ਜਾਣੋ ਸੋ ਨਹੀਂ ਸਿੱਖ ਹਮਾਰਾ। ਜਿਹੜਾ ਗੁਰਬਾਣੀ ਦਾ ਸਤਿਕਾਰ ਨਹੀਂ ਕਰਦਾ, ਉਹ ਸਾਡਾ ਸਿੱਖ ਹੀ ਨਹੀਂ। ਸਤਿਕਾਰ ਤੋਂ ਅੱਗੇ ਵਿਚਾਰ ਤੱਕ ਪਹੁੰਚਣਾ। ਸਤਿਕਾਰ ਸਾਡੇ ਘਰਾਂ ਵਿੱਚ ਗੁਰਬਾਣੀ ਦੀਆਂ ਪੋਥੀਆਂ ਨੇ, ਉਹਨਾਂ ਨੂੰ ਨਵੇਕਲੀ ਵਧੀਆ ਥਾਂ ਤੇ ਰੱਖਣਾ, ਗੁਰਬਾਣੀ ਦੀਆਂ ਪੋਥੀਆਂ ਢੱਕ ਕੇ ਰੱਖਣੀਆਂ, ਇਹ ਬਹੁਤ ਜ਼ਰੂਰੀ ਨੇ। ਸਤਿਕਾਰ ਗੁਰੂ ਸਾਹਿਬ ਜੀ ਦਾ ਜਿੰਨਾ ਸਿੱਖਾਂ ਨੇ ਕੀਤਾ, ਕਿਸੇ ਹੋਰ ਨੇ ਨਹੀਂ ਕੀਤਾ। ਮੇਰੀ ਗੱਲ ਚੱਲ ਰਹੀ ਸੀ ਮੁਸਲਮਾਨ ਵੀਰਾਂ ਦੇ ਨਾਲ, ਉਹ ਕਹਿੰਦੇ ਗੁਰਦੁਆਰਾ ਵੀ ਸਾਡੀ ਮਸਜਿਦ ਵਰਗਾ ਹੀ ਹੈ, ਪਰ ਕਹਿੰਦਾ ਤੁਸੀਂ ਆ ਪਰਿਕਰਮਾ ਕਿਉਂ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦੀਆਂ? ਕਹਿੰਦਾ ਇਹ ਸਾਨੂੰ ਗੱਲ ਸਮਝ ਨਹੀਂ ਆਈ। ਤੁਸੀਂ ਪਹਿਲੋਂ ਵੀ ਮੱਥਾ ਟੇਕਦੇ ਹੋ, ਪਰਿਕਰਮਾ ਕਰਕੇ ਵੀ ਮੱਥਾ ਟੇਕਦੇ ਹੋ, ਕਾਰਨ ਕੀ ਹੈ? ਮੈਨੂੰ ਕਿਹਾ ਤੁਸੀਂ ਮੱਕੇ ਜਾਂਦੇ ਹੋ ਨਾ, ਮੱਕੇ ਦੀ ਪਰਿਕਰਮਾ ਕਰਦੇ ਹੋ, ਮੱਕੇ ਨੂੰ ਸਿਜਦਾ ਕਰਦੇ ਹੋ, ਮੱਥਾ ਟੇਕਦੇ ਹੋ। ਸਾਡੇ ਵਾਸਤੇ ਮੱਕਾ ਗੁਰੂ ਗ੍ਰੰਥ ਸਾਹਿਬ, ਅਸੀਂ ਤਾਂ ਪਰਿਕਰਮਾ ਕਰਦੇ ਹਾਂ। ਸਾਡੇ ਵਾਸਤੇ ਇਹ ਖੁਦਾ ਦਾ ਘਰ ਹੈ, ਸਾਡੇ ਵਾਸਤੇ ਖੁਦਾ ਵਸਦਾ ਹੈ। ਮਹਾਰਾਜ ਜੀ ਨੇ ਸਾਨੂੰ ਸਪਸ਼ਟ ਕਹਿ ਦਿੱਤਾ, ਜੋ ਪ੍ਰਭ ਕੋ ਮਿਲ ਬੋ ਚਾਹੈ, ਖੋਜ ਸ਼ਬਦ ਮੈਂ ਲੈ। ਇਸ ਸ਼ਬਦ ਵਿੱਚ ਵਾਹਿਗੁਰੂ ਵਸਦਾ, ਅਸੀਂ ਤਾਂ ਮੱਥਾ ਟੇਕ ਕੇ ਪਰਿਕਰਮਾ ਕਰਨ ਦਾ ਭਾਵ ਹੈ। ਮਹਾਰਾਜ ਮੈਂ ਇਹ ਕਮਿਟਡ ਹਾਂ, ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਕਿ ਤੁਸੀਂ ਮੈਨੂੰ ਜੋ ਹੁਕਮ ਕਰੋਗੇ ਮੈਂ ਮੰਨਾਂਗਾ। 4 ਲਾਵਾਂ ਅਸੀਂ ਵਿਆਹ ਵੇਲੇ ਕੀਤੀਆਂ, ਵੀ ਮਹਾਰਾਜ ਆ ਤੁਹਾਡੀ ਲਾਵਾਂ ਦੇ ਪਾਠ ਨੂੰ ਅਸੀਂ ਜ਼ਿੰਦਗੀ ਭਰ ਕਮਾਵਾਂਗੇ। ਜਦੋਂ ਆਉਂਦੇ ਆ ਇੱਕ ਪਰਿਕਰਮਾ ਕਰਦੇ ਆ, ਮਹਾਰਾਜ ਜੋ ਕਹੋਗੇ ਮੈਂ ਮੰਨਾਂਗਾ। ਉਹ ਗੱਲ ਵੱਖਰੀ, ਅਸੀਂ ਇਹਨੂੰ ਜਸਟ ਐਜ਼ ਏ ਫਾਰਮੈਲਿਟੀ ਲੈਂਦੇ ਆ। ਗੁਰੂ ਹਰਿ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ,
ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਮਹਾਰਾਜ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋਏ ਦਮਦਮਾ ਸਾਹਿਬ ਦੀ ਧਰਤੀ ਤੇ ਟਿਕੇ ਨੇ। ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਗ੍ਰੰਥ ਦੇ ਸਰੂਪ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਨੇ ਤਿਆਰ ਕਰਾਏ ਸਨ, ਉਹਨਾਂ ਦੀਆਂ ਕਾਪੀਆਂ ਕੁਝ ਹੋ ਚੁੱਕੀਆਂ ਨੇ, ਪਰ ਮੂਲ ਰੂਪ ਵਿੱਚ ਉਹ ਧੀਰਮਲ ਕੋਲ ਹੈ, ਕਰਤਾਰਪੁਰ ਜਿਹੜਾ ਜਲੰਧਰ ਦੇ ਲਾਗੇ ਸ਼ਹਿਰ ਹੈ। ਅੱਜ ਵੀ ਉੱਥੇ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਦੀ ਲਿਖੀ ਹੋਈ ਬੀੜ ਦੇ ਉਹ ਦਰਸ਼ਨ ਕਰਾਉਂਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਹੈ ਤੇ ਮਹਾਰਾਜ ਜੀ ਨੇ ਧੀਰਮਲ ਕੋਲੋਂ ਸੱਦਾ ਭੇਜਿਆ ਕਿ ਸਾਨੂੰ ਸਰੂਪ ਦੇ ਦਿਓ। ਉਹ ਕਹਿਣ ਲੱਗਾ, ਮੈਂ ਤੁਹਾਨੂੰ ਸਰੂਪ ਨਹੀਂ ਦੇਣੇ, ਤੁਸੀਂ ਆਪ ਗੁਰੂ ਹੋ ਤੇ ਆਪ ਹੀ ਗੁਰਬਾਣੀ ਉਚਾਰਨ ਕਰ ਲਵੋ। ਉਚਾਰਨ ਕਰਿਓ ਸਤਨਾਮ। ਇਹ ਪਿਛਲੀ ਵਾਰੀ ਦੀ ਲੜੀ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਕੀਤਾ ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਦਾ ਸਮਾਂ ਆ ਗਿਆ। ਇਹ ਸਮਾਂ ਹੈ 1604 ਈਸਵੀ ਦਾ, 1704 ਈਸਵੀ ਦਾ। 1604 ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਪਹਿਲਾ ਪ੍ਰਕਾਸ਼ ਕਰਦੇ ਨੇ। 1604 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਦੀਆਂ ਜੰਗਾਂ ਤੋਂ ਵਿਹਲੇ ਹੋ ਕੇ 1705 ਦੇ ਵਿੱਚ ਦਮਦਮਾ ਸਾਹਿਬ ਆਉਂਦੇ ਨੇ। ਇੱਥੇ ਜਦੋਂ ਸਰੂਪ ਮੰਗੇ ਨਹੀਂ ਦਿੱਤੇ, ਕਹਿੰਦੇ ਗੁਰੂ ਹੋ ਆਪ ਲਿਖ ਲਵੋ। ਮਹਾਰਾਜ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਬੁਲਾ ਕੇ ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪ ਲਿਖਵਾਉਣੇ ਸ਼ੁਰੂ ਕੀਤੇ। ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਅੰਕਿਤ ਕੀਤੀ ਹੈ, ਜਿਹੜੀ ਅਸੀਂ ਪੜ੍ਹਦੇ ਹਾਂ। ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਨਹੀਂ, ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਬਾਣੀ ਅੰਕਿਤ ਕੀਤੀ। ਤੇ ਜਦੋਂ ਸਰੂਪ ਸੰਪੂਰਨ ਹੋਏ ਤੇ ਉਦੋਂ ਪਹਿਲਾ ਹੁਕਮਨਾਮਾ ਆਇਆ ਸੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੀ ਹਮਾਰੀ। ਇਹ ਪਹਿਲਾ ਹੁਕਮਨਾਮਾ ਉੱਥੇ ਆਇਆ ਸੀ। ਇੱਥੋਂ ਸਤਿਗੁਰੂ ਜੀ ਫਿਰ ਦੱਖਣ ਵੱਲ ਜਾਂਦੇ ਨੇ। ਜਿਵੇਂ ਮੈਂ ਬੇਨਤੀ ਕੀਤੀ ਹੈ, ਔਰੰਗਜ਼ੇਬ ਦੀ ਮੌਤ ਹੁੰਦੀ ਹੈ, ਬਹਾਦਰ ਸ਼ਾਹ ਗੁਰੂ ਜੀ ਕੋਲੋਂ ਮਦਦ ਮੰਗਦਾ ਹੈ, ਉਹ ਬਾਦਸ਼ਾਹ ਬਣਦਾ ਹੈ। ਗੁਰੂ ਸਾਹਿਬ ਉਹਦੇ ਨਾਲ ਦੱਖਣ ਵੱਲ ਜਾਂਦੇ ਨੇ। ਬਹਾਦਰ ਸ਼ਾਹ ਜਿਹੜਾ ਹੈ ਆਪਣੇ ਵਾਅਦੇ ਤੋਂ ਮੁੱਕਰ ਜਾਂਦਾ ਹੈ। ਸਤਿਗੁਰੂ ਇੱਥੇ ਟਿਕ ਜਾਂਦੇ ਨੇ। ਬਹਾਦਰ ਸ਼ਾਹ ਚਲਿਆ ਜਾਂਦਾ ਹੈ। ਦੱਖਣ ਦੀ ਧਰਤੀ ਨੰਦੇੜ ਵਿਖੇ ਸਤਿਗੁਰੂ ਮਹਾਰਾਜ ਜੀ ਟਿਕ ਜਾਂਦੇ ਨੇ। ਇੱਥੇ ਹੀ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਪਾਨ ਕਰਵਾ ਕੇ ਮਾਧੋ ਦਾਸ ਬੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾਉਂਦੇ ਨੇ। ਇਹ ਹਜ਼ੂਰ ਸਾਹਿਬ ਦੇ ਲਾਗੇ ਦੀ ਸਾਰੀ ਹੈ। ਇੱਥੇ ਸਤਿਗੁਰੂ ਸ਼ਿਕਾਰ ਖੇਡਦੇ ਨੇ। ਮਹਾਰਾਜ ਜੀ ਦੇ ਨਾਲ ਮਾਤਾ ਖਾਲਸੇ ਦੇ ਮਾਤਾ ਸਾਹਿਬ ਕੌਰ ਜੀ ਨੇ। ਬਹੁਤ ਕੌਤਕ ਮਹਾਰਾਜ ਜੀ ਦੇ ਇਸ ਸਥਾਨ ਤੇ ਹੁੰਦੇ ਨੇ। ਜਦੋਂ ਵਜ਼ੀਰ ਖਾਨ ਜਿਹੜਾ ਛੋਟੇ ਸਾਹਿਬਜ਼ਾਦੇ ਨੂੰ ਸ਼ਹੀਦ ਕਰਵਾਉਂਦਾ ਹੈ, ਵਜ਼ੀਰ ਖਾਨ ਨੂੰ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਬਹਾਦਰ ਸ਼ਾਹ ਦੇ ਨਾਲ ਨੇ ਤੇ ਅੱਜ ਨਹੀਂ ਤੇ ਕੱਲ ਮੈਨੂੰ ਸਜ਼ਾ ਮਿਲ ਸਕਦੀ ਕੀਤੇ ਦੀ। ਇਸ ਨੇ ਦੋ ਪਠਾਨ ਭੇਜੇ, ਜਮਸ਼ੈਦ ਖਾਨ ਤੇ ਜੈਸ ਖਾਨ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਵਿੱਚ ਆਣ ਕੇ ਰੋਜ਼ ਦੀਵਾਨ ਵਿੱਚ ਸੱਜਦੇ ਸਨ, ਕਿਉਂਕਿ ਗੁਰੂ ਸਾਹਿਬ ਜੀ ਦੇ ਹਜ਼ੂਰ ਵਿੱਚ ਹਿੰਦੂ ਵੀ ਆਉਂਦੇ ਸਨ, ਮੁਸਲਮਾਨ ਵੀ ਆਉਂਦੇ ਸਨ, ਸਿੱਖ ਵੀ ਆਉਂਦੇ ਸਨ। ਆਉਣਾ ਕਿਸੇ ਨੂੰ ਮਨਾ ਨਹੀਂ, ਕੋਈ ਵੀ ਆਵੇ। ਇਹ ਤੁਹਾਡੀ ਯੂਨੀਕਨੈਸ ਹੈ। ਅੱਜ ਜਦੋਂ ਦੁਨੀਆ ਦੇ ਧਰਮਾਂ ਦਾ ਫੈਸਲਾ ਹੋਵੇਗਾ ਨਾ, ਜਿੱਥੇ ਅੱਜ ਚੱਲ ਰਹੀ ਡਿਬੇਟ ਚੱਲ ਰਹੀ ਹੈ ਕਿ ਇਸਲਾਮ ਤੋਂ ਬਿਨਾਂ ਦੂਜਾ ਧਰਮ ਨਹੀਂ ਹੋਣਾ ਚਾਹੀਦਾ, ਕ੍ਰਿਸਚੈਨਿਟੀ ਤੋਂ ਬਿਨਾਂ ਦੂਜਾ ਧਰਮ ਨਹੀਂ ਹੋਣਾ ਚਾਹੀਦਾ, ਸਿੱਖ ਇਹ ਗੱਲ ਕਹਿੰਦੀ ਹੈ ਧਰਮ ਸਾਰੇ ਹੋਣੇ ਚਾਹੀਦੇ ਨੇ, ਪਰ ਪਹਿਲਾਂ ਤੁਸੀਂ ਧਰਮੀ ਹੋਣੇ ਚਾਹੀਦੇ ਆ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੁਹਾਡੇ ਕੋਲ ਫੈਸਲਾ ਹੈ ਸੰਸਾਰ ਦਾ, ਪਰ ਦੁੱਖ ਦੀ ਗੱਲ ਇਹ ਹੈ ਸਾਡੇ ਕੌਨਫੀਡੈਂਸ ਹੀ ਨਹੀਂ। ਜੇ ਤੁਹਾਨੂੰ ਬਾਹਰ ਗੱਲ ਕਰਨੀ ਪਵੇ ਤਾਂ ਸਿੱਖੀ ਦੇ ਅਸੀਂ ਨਹੀਂ ਕਰਦੇ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਵਿੱਚ ਰੋਜ਼ ਦੀਵਾਨ ਵਿੱਚ ਬੈਠਦੇ ਨੇ। ਅੱਜ ਸਤਿਗੁਰੂ ਆਰਾਮ ਕਰਨ ਵਾਸਤੇ ਆਪਣੇ ਤੰਬੂ ਵਿੱਚ ਗਏ। ਇਹ ਮਗਰ ਹੀ ਚਲੇ ਗਏ। ਮਹਾਰਾਜ ਦੇ ਨਮਸਕਾਰ ਕਰਕੇ ਬੈਠੇ। ਮਹਾਰਾਜ ਨੇ ਜਰਾ ਅੱਖ ਲਾਈ, ਇੱਕ ਉੱਠਿਆ ਜਮਸ਼ੈਦ ਖਾਨ, ਇਹਨੇ ਮਹਾਰਾਜ ਜੀ ਦੇ ਖੰਜਰ ਜ਼ੋਰ ਦੀ ਮਾਰ ਦਿੱਤਾ। ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਇਹ ਭੱਜਣ ਲੱਗਾ ਤੇ ਗਲਿਓਂ ਫੜਿਆ, ਦੂਸਰੇ ਹੱਥ ਨਾਲ ਆਪਣੀ ਕਿਰਪਾਨ ਲੈ ਕੇ ਇਸ ਨੂੰ ਉੱਥੇ ਖਤਮ ਕਰ ਦਿੱਤਾ। ਜਦੋਂ ਦੂਸਰਾ ਬਾਰ ਭੱਜਿਆ, ਗੁਰੂ ਕੇ ਜਿਹੜੇ ਸੇਵਾਦਾਰ ਬਾੜ ਖੜੇ ਸਨ ਉਹਨਾਂ ਨੇ ਖਤਮ ਕਰ ਦਿੱਤਾ। ਬਹਾਦਰ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ। ਸਿੱਖ ਇਕੱਠੇ ਹੋਏ। ਬਹਾਦਰ ਸ਼ਾਹ ਨੇ ਫਰਾਂਸੀਸੀ ਡਾਕਟਰ ਭੇਜਿਆ। ਜਹਾਂਗੀਰ ਦੇ ਵੇਲੇ 'ਚ ਇਹ ਫਰਾਂਸੀਸੀ ਤੇ ਗੋਰੇ ਭਾਰਤ ਦੇ ਵਿੱਚ ਆ ਚੁੱਕੇ ਨੇ। ਵਪਾਰ ਸ਼ੁਰੂ ਕਰ ਦਿੱਤਾ ਈਸਟ ਇੰਡੀਆ ਕੰਪਨੀ ਨੇ।
ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਡਾਕਟਰ ਭੇਜ ਕੇ ਜ਼ਖਮ ਸੀਤੇ ਗਏ, ਟਾਂਕੇ ਲਾਏ ਗਏ, ਸਟਿਚਿੰਗ ਕੀਤੀ ਗਈ। ਸਿੱਖ ਵੱਡੀ ਗਿਣਤੀ ਵਿੱਚ ਉਸ ਇਲਾਕੇ ਵਿੱਚ ਗੁਰੂ ਸਾਹਿਬ ਜੀ ਦੇ ਕੋਲ ਆਣ ਕੇ ਰੋਜ਼ ਬਚਨ ਵਿਲਾਸ ਕਰਦੇ ਨੇ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਕ ਕਮਾਨ ਦੇ ਉੱਪਰ ਚਿਹਲਾ ਚੜਾਉਣ ਲੱਗੇ। ਜਿਹੜੀ ਉਹਦੀ ਤਾਰ ਹੁੰਦੀ ਹੈ ਉਹ ਬੜੀ ਜਾਨ ਨਾਲ ਪੈਂਦੀ ਹੈ ਉਹਦੀ। ਜਿਹੜੇ ਆਰਚਰੀ ਕਰਦੇ ਉਹਨਾਂ ਨੂੰ ਪਤਾ ਹੈ ਬੜੀ ਮੁਸ਼ਕਿਲ ਹੈ। ਜਦੋਂ ਕਰਨ ਲੱਗੇ ਉਹ ਟਾਂਕੇ ਖੁੱਲ ਗਏ। ਸਿੱਖਾਂ ਨੇ ਕਿਹਾ ਮਹਾਰਾਜ ਫਿਰ ਡਾਕਟਰ ਨੂੰ ਬੁਲਾਈਏ। ਮਹਾਰਾਜ ਜੀ ਕਹਿਣ ਲੱਗੇ ਨਹੀਂ, ਹੁਣ ਨਹੀਂ ਬੁਲਾਉਣਾ। ਅਸੀਂ 15 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਪੁਰਬ ਮਨਾਇਆ। ਮੈਂ ਆਰੰਭ ਵਿੱਚ ਬੇਨਤੀ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਦੇ 2 ਪੁਰਬ ਅਸੀਂ ਮਨਾਉਂਦੇ ਆ, ਇੱਕ ਨਹੀਂ ਮਨਾਉਣਾ। ਗੁਰੂ ਨਾਨਕ ਸਾਹਿਬ ਦਾ ਗੁਰਗੱਦੀ ਪੁਰਬ ਕਦੇ ਸਿੱਖ ਨਹੀਂ ਮਨਾਉਂਦੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਪੁਰਬ ਗੁਰਗੱਦੀ ਲੈ ਕੇ ਆਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ 2 ਦਿਨ ਮਨਾਉਂਦੇ ਆ, ਕਦੇ ਵੀ ਨਹੀਂ ਮਨਾਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸੰਗਤ ਅਸੀਂ ਮਨਾਉਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਪੁਰਬ ਮਨਾਉਂਦੇ ਆ। ਗੁਰੂ ਗ੍ਰੰਥ ਸਾਹਿਬ ਜੀ ਦਾ ਜੋਤੀ ਜੋਤ ਪੁਰਬ ਕਦੇ ਨਹੀਂ ਮਨਾਵਾਂਗੇ, ਕਿਉਂਕਿ ਸਿੱਖਾਂ ਵਾਸਤੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੰਗਤ ਨੂੰ ਬੁਲਾਇਆ। ਗੁਰੂ ਖਾਲਸਾ ਗੁਰੂ ਕੇ ਹਜ਼ੂਰ ਵਿੱਚ ਇਕੱਠਾ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਰੀਅਲ ਤੇ 5 ਪੈਸੇ ਜੋ ਸਮੇਂ ਦੀ ਮਰਿਆਦਾ ਸੀ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਆਪ ਤਾਬਿਆਂ ਤੇ ਬੈਠ ਗਏ। ਉਸ ਦਿਨ ਸਤਿਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ, ਅਰਦਾਸ ਹੋਈ, ਅਰਦਾਸ ਤੋਂ ਹੁਕਮਨਾਮਾ ਆਇਆ। ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ। ਸ਼ਰਮ ਥਾਕਾ ਪਾਏ ਵਿਸ਼ਰਾਮਾ, ਮਿਟ ਗਏ ਸਗਲੀ ਧਾਈ। ਅਬ ਮੋਹਿ ਜੀਵਨ ਮੁਕਤੀ ਪਾਈ, ਚੀਤ ਆਇਓ ਮਨ ਪੁਰਖ ਵਿਦਾਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਲਿਆ ਤੇ ਨਾਲ ਹੀ ਉੱਥੇ ਸਿੱਖਾਂ ਨੂੰ ਕਹਿ ਦਿੱਤਾ, ਜਿਵੇਂ ਤੁਸੀਂ ਗੁਰੂ ਨਾਨਕ ਜੀ ਨੂੰ ਗੁਰੂ ਮੰਨਦੇ ਸੀ, ਜਿਵੇਂ ਤੁਸੀਂ ਮੈਨੂੰ ਗੁਰੂ ਮੰਨਿਆ, ਅੱਜ ਤੋਂ ਬਾਅਦ ਮੈਂ ਤੁਹਾਨੂੰ ਗ੍ਰੰਥ ਦੇ ਲੜ ਲਾ ਕੇ ਜਾ ਰਿਹਾ। ਗ੍ਰੰਥ ਜੀ ਨੂੰ ਗੁਰੂ ਮੰਨਣਾ ਹੈ। ਉਹ ਜੋਤ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਦੀ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਚੱਲੀ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿ ਦਿੱਤਾ। ਉਸ ਸਮੇਂ ਦੇ ਸਿੱਖਾਂ ਦੇ ਵਿੱਚੋਂ ਜਿਹੜਾ ਭਾਈ ਪ੍ਰਹਿਲਾਦ ਸਿੰਘ ਜੀ ਦਾ ਹੁਕਮਨਾਮਾ ਆਇਆ, ਉਹ ਹੀ ਦੋਹਰੇ ਦੇ ਰੂਪ ਚ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਆਇਆ, ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ। ਕਹਿੰਦੇ ਮਹਾਰਾਜ ਜੀ ਨੇ ਬਚਨ ਕੀਤੇ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਸ਼ਬਦ ਮੈਲੇ। ਇਹ ਪੰਥ ਨੇ ਪ੍ਰਵਾਨ ਕੀਤਾ ਹੋਇਆ। ਇਹਦਾ ਇੱਕ ਰੂਪ ਹੋਰ ਵੀ ਮਿਲਦਾ ਪੁਰਾਤਨ ਰਹਿਤਨਾਮੇ ਵਿੱਚ। ਉਹਦੇ ਚ ਲਿਖਿਆ ਹੋਇਆ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਗਲੀ ਤੁਕ ਸੀ, ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਹ ਥੋੜੇ ਥੋੜੇ ਫਰਕ ਦੇ ਨਾਲ ਆਏ। ਪੰਥ ਨੇ ਜਿਹੜਾ ਪ੍ਰਵਾਨ ਕੀਤਾ, ਉਧਰ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਤੁਹਾਡਾ ਗ੍ਰੰਥ ਗੁਰੂ ਹੈ। ਸਿੱਖਾਂ ਦੇ ਸਵਾਲ ਜਵਾਬ ਮਹਾਰਾਜ ਨਾਲ ਹੁੰਦੇ ਨੇ। ਮਹਾਰਾਜ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਪੁੱਛਦੇ ਨੇ, ਮਹਾਰਾਜ ਅੱਗੇ ਤਾਂ ਅਸੀਂ ਤੁਹਾਡੇ ਦਰਸ਼ਨ ਕਰਦੇ ਸਾਂ, ਜਦੋਂ ਇੱਛਾ ਹੁੰਦੀ ਸੀ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜਿਉ। ਤੇ ਅਸੀਂ ਤੁਹਾਡੇ ਕੋਲ ਚੱਲ ਕੇ ਆਉਂਦੇ ਸਾਂ, ਤੁਹਾਡੇ ਦਰਸ਼ਨ ਕਰਕੇ ਮਨ ਨੂੰ ਚੈਨ ਸ਼ਾਂਤੀ ਮਿਲਦੀ ਸੀ। ਹੁਣ ਕਿਤੇ ਦਰਸ਼ਨ ਕਰਿਆ ਕਰਾਂਗੇ। ਤੇ ਮਹਾਰਾਜ ਜੀ ਨੇ ਬਚਨ ਕੀਤਾ, ਜੋ ਸਿੱਖ ਮਮ ਦਰਸ਼ਨ ਕੀ ਚਾਹ ਦਰਸ਼ਨ ਕਰੇ ਗ੍ਰੰਥ ਜੀ ਆਹੀ। ਉਚਾਰਨ ਕਰਿਓ ਸਤਨਾਮ, ਉੱਚੀ ਬੋਲਿਓ ਸਤਨਾਮ। ਮਹਾਰਾਜ ਕਹਿਣ ਲੱਗੇ, ਜਿਹੜੇ ਸਿੱਖ ਨੂੰ ਮੇਰੇ ਦਰਸ਼ਨਾਂ ਦੀ ਚਾਹ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ, ਮੇਰੇ ਦਰਸ਼ਨ ਹੋਣਗੇ। ਇੱਕ ਮਹਾਰਾਜ ਦਾ ਬਚਨ ਹੋਰ ਹੋਇਆ, ਮਹਾਰਾਜ ਜੀ ਜੇ ਤੁਹਾਡੇ ਦਰਸ਼ਨ ਕਰਨੇ ਹੋਣ ਤੇ ਕਿਵੇਂ? ਮਹਾਰਾਜ ਜੀ ਕਹਿਣ ਲੱਗੇ, 5 ਸਿੰਘਾਂ ਦੇ ਦਰਸ਼ਨ ਕਰ ਲਿਓ, ਤਿਆਰ ਬਰ ਤਿਆਰ ਸਿੰਘਾਂ ਦੇ, ਉਹਨਾਂ ਚ ਮੈਂ ਵਸਦਾ। ਸਿੱਖ ਕਹਿਣ ਲੱਗੇ ਜੇ 5 ਨਾ ਮਿਲਣ, ਪਾਤਸ਼ਾਹ ਕਹਿਣ ਲੱਗੇ 4 ਨਹੀਂ ਤੇ 3 ਨਹੀਂ ਤੇ 2। ਕਹਿਣ ਲੱਗੇ ਮਹਾਰਾਜ ਜੇ ਕੋਈ ਵੀ ਸਿੱਖ ਨਾ ਮਿਲੇ ਤੇ ਤੁਹਾਡੇ ਦਰਸ਼ਨ ਕਰਨੇ ਹੋਣ। ਮਹਾਰਾਜ ਜੀ ਕਹਿਣ ਲੱਗੇ ਨਿਤਨੇਮ ਕਰਕੇ ਤਿਆਰ ਬਰ ਤਿਆਰ ਹੋ ਕੇ ਅਰਦਾਸ ਕਰਕੇ ਸ਼ੀਸ਼ੇ ਵਿੱਚ ਮੂੰਹ ਵੇਖ ਲਈ, ਤੇਰੇ ਵਿੱਚ ਮੈਂ ਵਸਦਾ ਹੋਵਾਂਗਾ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਸੰਗਤ ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਤੁਸੀਂ ਸੁਣਦੇ ਹੋ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਸਤਿਗੁਰੂ ਕਹਿਣ ਲੱਗੇ ਮੈਂ ਸ਼ਬਦ ਰੂਪ ਹਾਂ, ਮੈਂ ਤੁਹਾਡੇ ਅੰਦਰ ਨਿਵਾਸ ਕਰਨਾ। ਜਿਹਦੇ ਵਿੱਚ ਸ਼ਬਦ ਵਸ ਗਿਆ ਉਹ ਮੇਰਾ ਖਾਲਸਾ ਬਣ ਗਿਆ। ਹੋਰ ਇੱਥੇ ਬੇਨਤੀ ਕਰਦਾ ਚੱਲਾਂ ਸੰਗਤ,
ਇਹ ਗੱਲ ਸਮਝ ਲੈਣੀ ਕਿ ਸਤਿਗੁਰੂ ਜੀ ਦਾ ਸਰੂਪ ਜਿਹੜਾ ਉਹ ਸ਼ਬਦ ਹੀ ਹੈ, ਦੇ ਖਾਲਸਾ ਪੰਥ ਹੈ। ਧੰਨ ਗੁਰੂ ਗੋਬਿੰਦ ਸਿੰਘ ਦੇ ਬਚਨ ਆਨੰਦਪੁਰ ਸਾਹਿਬ ਵਿਖੇ ਹੋਏ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇਹਨੂੰ ਮੈਂ ਥੱਲਿਓਂ ਸ਼ੁਰੂ ਕਰਾਂ। ਦੀਦਾਰ ਖਾਲਸੇ ਦਾ, ਗੁਰਸਿੱਖਾਂ ਦੀ ਸੰਗਤ ਕਰਨੀ ਹੈ। ਗੁਰੂ ਕੇ ਖਾਲਸਿਆਂ ਦੀ, ਗੁਰੂ ਕੇ ਖਾਲਸੇ ਦੀ ਇੱਕ ਨਿਸ਼ਾਨੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕਿਸੇ ਨੂੰ ਆਪਣੀ ਜ਼ਿੰਦਗੀ 'ਚ ਕੁਝ ਨਹੀਂ ਮੰਨਦੇ। ਗੁਰੂ ਭਾਈਆਂ ਦਾ ਸਤਿਕਾਰ ਕਰਨਾ, ਆਪੋ ਵਿੱਚ ਪ੍ਰੇਮ ਨਾਲ ਰਹਿਣਾ, ਖਾਲਸਾਈ ਮਰਿਆਦਾ ਦੇ ਧਾਰਨੀ ਹੋਣਾ। ਉਹ ਖਾਲਸਾ ਵਾਹਿਗੁਰੂ ਜੀ ਤੋਂ ਇਲਾਵਾ ਤੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਨੂੰ ਨਹੀਂ ਜੇ ਮੰਨਦਾ। ਸਾਡੇ ਵਿੱਚ ਇੱਕ ਭੁਲੇਖਾ ਪਾ ਦਿੱਤਾ ਗਿਆ। ਤੁਸੀਂ ਦੇਖਦੇ ਹੋ ਦੇਸ਼ ਦੇ ਵਿੱਚ ਬਾਬੇ, ਇੱਕ ਬਾਬਾ ਉਹ ਪੀਲੇ ਜਿਹੇ ਕੱਪੜੇ ਵਾਲਾ, ਮੈਨੂੰ ਉਹਦਾ ਨਾਂ ਭੁੱਲ ਗਿਆ, ਜਟਾਵਾਂ ਵਾਲਾ ਹੈ, ਵਧੀਆ ਬੋਲਦਾ, ਉਹਦੇ ਕੋਲ ਜਾ ਕੇ ਸਿੱਖ ਬੈਠਦੇ ਨੇ। ਪਤਾ ਨਹੀਂ ਪ੍ਰੀ ਪਲਾਨਡ ਹੈ ਕੀ ਹੈ ਸਾਰਾ ਕੁਝ। ਉਹ ਸਿੱਖ ਬੈਠਦੇ ਨੇ, ਅੰਮ੍ਰਿਤਧਾਰੀ ਜਾ ਕੇ ਉਹਨੂੰ ਮੱਥਾ ਟੇਕਦੇ ਨੇ, ਬਾਬਾ ਜੀ ਤੁਹਾਡੇ ਬਚਨ ਬੜੇ ਸਰਵੋਤਮ ਨੇ। ਜਿਹੜਾ ਗੁਰੂ ਸਾਹਿਬ ਜੀ ਦਾ ਸਿੱਖ ਆ ਨਾ, ਹਾਂ, ਵਿਚਾਰ ਕਰਨ ਵਾਸਤੇ ਹਰ ਇੱਕ ਦੇ ਕੋਲ ਬੈਠ ਸਕਦਾ, ਪਰ ਕਿਸੇ ਦੇ ਕੋਲ ਜਾ ਕੇ ਕਿਸੇ ਨੂੰ ਮੱਥਾ ਨਹੀਂ ਟੇਕ ਸਕਦਾ। ਸਿੱਖ ਮੱਥਾ ਟੇਕੇਗਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਟੇਕੇਗਾ, ਕਿਸੇ ਹੋਰ ਨੂੰ ਨਹੀਂ। ਉਚਾਰਨ ਕਰਿਓ ਸਤਨਾਮ। ਖਾਲਸੇ ਦੇ ਇਹ ਦੋ ਗੁਣ ਨੇ। ਖਾਲਸਾ ਬਾਣੇ ਕਰਕੇ ਨਹੀਂ, ਤੁਸੀਂ ਦੇਖੋ ਬੜੇ ਪੰਜਾਬ ਦੇ ਵਿੱਚ ਉਹ ਜਿਹੜੇ ਚੌਂਕੀਆਂ ਦਿੰਦੇ, ਉਹਨਾਂ ਨੇ ਵੀ 5-7 ਬਾਡੀਗਾਰਡ ਰੱਖੇ, ਉਹਨਾਂ ਨੇ ਚੋਲੇ ਪਾਏ, ਦਸਤਾਰਾਂ, ਵੱਡੀਆਂ ਕਿਰਪਾਨਾਂ। ਹੁਣ ਭੁਲੇਖਾ ਤਾਂ ਪੈਣਾ ਹੀ ਹੈ। ਜਿੱਥੇ ਤੁਹਾਨੂੰ ਗੋਲਡ ਮਿਲਦਾ ਆ, ਉੱਥੇ ਉਹਦਾ ਜਿਹੜਾ ਆ ਉਹ ਪਿੱਤਲ ਵੀ ਤੇ ਮਿਲਦਾ ਆ। ਉਹਦੇ ਚੋਂ ਜਿਹੜਾ ਆਰਟੀਫਿਸ਼ੀਅਲ ਜਿਹੜੀ ਜਿਊਲਰੀ ਵੀ ਤਾਂ ਹੈਗੀ ਆ, ਇਹ ਆਰਟੀਫਿਸ਼ੀਅਲ ਜਿਊਲਰੀ ਹੈ। ਹੁਣ ਤੁਸੀਂ ਸਹੀ ਗੁਰਸਿੱਖ ਦੀ, ਖਾਲਸੇ ਦੀ ਪਹਿਚਾਣ ਕਿਵੇਂ ਕਰਨੀ ਹੈ? ਉਹਦੇ ਦੋ ਗੁਣ ਹੋਣਗੇ। ਉਹ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੇਗਾ ਤੇ ਇੱਕ ਵਾਹਿਗੁਰੂ ਦੀ ਬੰਦਗੀ ਕਰੇਗਾ। ਉਹ ਖਾਲਸਾ ਹੈ। ਗੁਰੂ ਕੇ ਸਿੱਖਾਂ ਨੇ ਉਹਦੀ ਸੰਗਤ ਕਰਕੇ ਗੁਰੂ ਕੇ ਖਾਲਸੇ ਬਣਨਾ। ਉਚਾਰਨ ਕਰਿਓ ਸਤਨਾਮ। ਇਹ ਬਚਨ ਹੋਏ ਮਹਾਰਾਜ ਦੇ। ਫਿਰ ਸਿੱਖ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਅਸੀਂ ਤੁਹਾਡੇ ਕੋਲ ਆਉਂਦੇ ਹਾਂ, ਤੁਹਾਡੇ ਨਾਲ ਅਸੀਂ ਗੱਲਾਂ ਕਰਦੇ ਹਾਂ, ਬਚਨ ਕਰਦੇ ਹਾਂ, ਅਸੀਂ ਸਵਾਲ ਕਰਦੇ ਹਾਂ, ਤੁਸੀਂ ਜਵਾਬ ਦਿੰਦੇ ਆ, ਤੇ ਫਿਰ ਜਦੋਂ ਤੁਸੀਂ ਸੰਸਾਰ ਵਿੱਚ ਨਾ ਰਹੇ, ਫਿਰ ਕਿਹਨੂੰ ਸਵਾਲ ਕਰਾਂਗੇ, ਕਿਹਨੂੰ ਜਵਾਬ ਕਰਾਂਗੇ? ਉੱਥੇ ਮਹਾਰਾਜ ਜੀ ਨੇ ਬਚਨ ਕੀਤਾ, ਜੋ ਸਿੱਖ ਚਹਿਤ ਕਹਿਤ ਹੈ ਬਾਤ। ਜਿਹੜਾ ਸਿੱਖ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹੈ, ਜੋ ਸਿੱਖ ਕਹਿਤ ਚਹਿਤ ਹੈ ਬਾਤ, ਗ੍ਰੰਥ ਜੀ ਪੜ੍ਹੇ ਸੁਣੇ ਵਿਚਾਰੇ ਸਾਥ। ਤਿੰਨ ਗੱਲਾਂ। ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੇ, ਗ੍ਰੰਥ ਜੀ ਪੜ੍ਹੇ, ਜੇ ਪੜ੍ਹ ਨਹੀਂ ਸਕਦਾ ਸੁਣੇ। ਪਰ ਅਸੀਂ ਸਾਰੇ ਪੰਜਾਬੀ ਜਾਣਦੇ ਹਾਂ, ਪੰਜਾਬੀ ਪੜ੍ਹ ਲੈਂਦੇ ਆ, ਪੰਜਾਬੀ ਨਿਊਜ਼, ਪੰਜਾਬੀ ਮੈਸੇजेस ਪੜ੍ਹ ਲੈਂਦੇ ਆ, ਪੰਜਾਬੀ ਮਿਊਜ਼ਿਕ ਸੁਣਦੇ ਆ, ਬੜਾ ਕੁਝ ਸੁਣਦੇ ਆ। ਜੇ ਨਹੀਂ ਕਰਦੇ ਤਾਂ ਅਸੀਂ ਖੁਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹਦੇ। ਸਾਨੂੰ ਹਵਾ ਬਣਾ ਦਿੱਤਾ ਗਿਆ। ਮੈਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਬੇਨਤੀਆਂ ਕਰ ਰਿਹਾ, ਕਿਉਂਕਿ ਮਾਣ ਆ ਮੈਨੂੰ, ਪ੍ਰਬੰਧਕ ਵੀਰ ਬੜੇ ਸਿਆਣੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਰੱਖੋ ਲਿਆ ਕੇ, ਆਪਣੇ ਘਰਾਂ ਵਿੱਚ ਖੜੋ। ਜਿਵੇਂ ਗੁਰਬਾਣੀ ਦੀ ਪੋਥੀਆਂ ਦਾ ਸਤਿਕਾਰ ਕਰਨਾ, ਉਹਨਾਂ ਦਾ ਕਰਨਾ। ਜਿਹੜਾ ਵੀ ਪੰਜਾਬੀ ਪੜ੍ਹ ਸਕਦਾ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜ਼ਰੂਰ ਕਰੇ। ਪਤਾ ਪੰਜਾਬ 'ਚ ਕੀ ਹੋਇਆ? ਮੈਂ ਪਿਛਲੇ ਹਫ਼ਤੇ ਪ੍ਰੋਗਰਾਮ ਕੀਤਾ ਸੀ, ਸਾਡੇ ਸਕੂਲਾਂ ਵਿੱਚ ਪੰਜਾਬੀ ਖਤਮ ਕੀਤੀ ਜਾ ਰਹੀ ਪੰਜਾਬ ਦੇ। ਉਹਦਾ ਕਾਰਨ ਇਹ ਕਿ ਤੁਸੀਂ ਪੰਜਾਬੀ ਨਾ ਪੜ੍ਹੋ। ਉਹਦਾ ਕਾਰਨ ਇਹ ਹੈ ਕਿ ਤੁਸੀਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਪੜ੍ਹਨ ਲੱਗ ਜਾਓ, ਤੁਹਾਨੂੰ ਪਤਾ ਨਾ ਲੱਗ ਜਾਏ ਵੀ ਆਹ ਮਨੁੱਖ ਤੇ ਇਸ ਤਰ੍ਹਾਂ ਦਾ ਗੁਰੂ ਨੇ ਬਣਾਇਆ, ਅਸੀਂ ਕਿੱਥੇ ਫਿਰਦੇ ਆ। ਇੱਕ ਚੈਲੰਜ ਹੈ ਤੁਹਾਨੂੰ। ਕੋਈ ਸਮਾਂ ਸੀ ਜ਼ਕਰੀਆ ਖਾਨ ਦਾ, ਉਹ ਕਹਿੰਦਾ ਗੁੜ ਨਹੀਂ ਕਹਿਣ ਦੇਣਾ, ਗੁੜ ਤੋਂ ਵੀ ਗੁਰੂ ਦੀ ਆਵਾਜ਼ ਆਉਂਦੀ ਹੈ। ਸਾਡੇ ਵਾਸਤੇ ਮੁਸ਼ਕਿਲ ਹੈ ਕਿ ਅਸੀਂ ਗੁਰਬਾਣੀ ਤੱਕ ਪਹੁੰਚ ਕਰਨੀ ਸੀ। ਮਹਾਰਾਜ ਜੀ ਕਹਿਣ ਲੱਗੇ, ਜੋ ਸਿੱਖ ਕਹਿਤ ਚਹਿਤ ਹੈ ਬਾਤ, ਗ੍ਰੰਥ ਜੀ ਪੜ੍ਹੇ। ਜੇ ਪੰਜਾਬੀ ਆਉਂਦੀ ਜ਼ਰੂਰ ਪੜ੍ਹੋ, ਸਹਿਜ ਪਾਠ ਸ਼ੁਰੂ ਰੱਖੋ। ਮੈਂ ਪਿਛਲੀ ਵਾਰੀ ਵੀ ਬੇਨਤੀ ਕਰਕੇ ਗਿਆ ਸੀ, ਗ੍ਰੰਥ ਜੀ ਪੜ੍ਹੇ। ਦੂਜਾ ਬਚਨ ਆਇਆ ਸੁਣੇ, ਜੇ ਪੜ੍ਹ ਨਹੀਂ ਸਕਦਾ ਤੇ ਸੁਣ ਲਵੇ। ਇੱਕ ਜਣਾ ਪਾਠ ਕਰੇ, ਬੀਬੀ ਜੀ ਪਾਠ ਕਰਨ, ਪਰਿਵਾਰ ਬਹਿ ਕੇ ਸੁਣੇ, ਭਾਈ ਸਾਹਿਬ ਪਾਠ ਕਰਨ, ਬੱਚੇ ਬਹਿ ਕੇ ਸੁਣ। ਭਾਵੇਂ ਹਫ਼ਤੇ ਵਿੱਚ ਤੁਸੀਂ 10 ਅੰਗੀ ਕਰੋ, 5 ਅੰਗੀ ਕਰੋ, ਬੈਠ ਕੇ ਕਰੋ। ਗ੍ਰੰਥ ਜੀ ਪੜ੍ਹੇ, ਦੂਜਾ ਬਚਨ ਹੈ ਸੁਣੇ, ਤੀਜਾ ਬਚਨ ਹੈ ਵਿਚਾਰੇ ਸਾਥ। ਉਹਦੀ ਵਿਚਾਰ ਕਰੇ। ਮਹਾਰਾਜ ਨੇ ਮੈਨੂੰ ਆਹ ਹੁਕਮ ਕਿਹਾ ਆ। ਇਹ ਗੁਰੂ ਕਲਗੀਧਰ ਪਿਤਾ ਮਹਾਰਾਜ ਦੇ ਬਚਨ ਨੇ, ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਹੈ। ਉਚਾਰਨ ਕਰਿਓ ਸਤਨਾਮ। ਤੇ ਮੈਂ ਆਰੰਭ ਚ ਕਿਹਾ ਸੀ, ਯੋ ਹੋਮਵਰਕ
ਕਿ ਜੋ ਕੁਝ ਤੁਹਾਨੂੰ ਗੁਰਮਤਿ ਅਨੁਸਾਰ ਲੱਗੇ ਉਹਨੂੰ ਲਿਖਣਾ ਜਾਂ ਆਪਣੇ ਘਰ ਜਾ ਕੇ ਦੱਸਣਾ, ਜੋ ਗੁਰਮਤਿ ਅਨੁਸਾਰ ਲੱਗੇ। ਮੇਰਾ ਕੋਈ ਦਾਵਾ ਨਹੀਂ। ਦੂਸਰਾ ਬਚਨ ਇਹ ਹੋਇਆ, ਜੋ ਸਿੱਖ ਕਹਿਤ ਚਹਿਤ ਹੈ ਬਾਤ, ਗ੍ਰੰਥ ਜੀ ਪੜ੍ਹੇ ਸੁਣੇ ਵਿਚਾਰੇ ਸਾਥ। ਗੁਰੂ ਗ੍ਰੰਥ ਸਾਹਿਬ ਦੀ ਕੋਟੇਸ਼ਨ ਲਵਾਂਗਾ। ਸਭ ਤੋਂ ਵੱਡਾ ਕਰਮ ਕਿਹੜਾ ਸਿੱਖ ਵਾਸਤੇ? ਬੜੇ ਕਰਮ ਕਰਦੇ ਆ, ਮੱਸਿਆ ਤੇ ਆ ਜਾਓ ਜੀ, ਸੰਗਰਾਂਦ ਤੇ ਆ ਜਾਓ ਜੀ, ਉੱਥੇ ਚਲੇ ਜਾਓ ਜੀ, ਉੱਥੇ ਚਲੇ ਜਾਓ। ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜਾ ਸਭ ਤੋਂ ਵੱਡਾ ਕਰਮ ਜਿਹੜਾ ਸਿੱਖ ਨੇ ਕਰਨਾ? ਮਹਾਰਾਜ ਜੀ ਕਹਿੰਦੇ, ਸਭ ਸੈ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨ ਸਗਲੀ ਸ਼ਾਰ। ਭਾਈ ਸਾਹਿਬ ਜੀ ਰਾਗੀ ਸਿੰਘ ਬੈਠੇ ਹੋਏ ਆ। ਗੁਰਬਾਣੀ ਦੇ ਵਿੱਚੋਂ ਮੈਂ ਬਾਹਰ ਦੀ ਗੱਲ ਜਿਹੜੀ ਕਰਨੀ ਉਹ ਮੈਂ ਇਤਿਹਾਸ ਦੀ ਵੱਖਰੀ ਕਰਨੀ ਹੈ। ਮਹਾਰਾਜ ਜੀ ਕਹਿਣ ਲੱਗੇ, ਸਤਿਗੁਰੂ ਕਹਿੰਦੇ ਸਭ ਤੋਂ ਉੱਪਰਲਾ ਕਰਮ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ। ਇਹਦਾ ਮਤਲਬ ਗੁਰੂ ਦੇ ਸ਼ਬਦ ਨੂੰ ਅੰਡਰਸਟੈਂਡ ਕਰਨਾ, ਡਿਸਕਸ ਕਰਨਾ ਕਿ ਆਹ ਮਹਾਰਾਜ ਬਚਨ ਕਹਿ ਰਹੇ ਆ। ਹੋਰ ਕਥਨੀ ਬਦੋ ਨਾ ਸਗਲੀ ਸ਼ਾਰ। ਮਹਾਰਾਜ ਜੀ ਕਹਿਣਗੇ ਹੋਰ ਕੋਈ ਗੱਲਾਂ ਕਰਦੀਆਂ ਬਿਲਕੁਲ ਫਜ਼ੂਲ ਨੇ, ਬੇਕਾਰ ਨੇ। ਫਿਰ ਤੀਸਰਾ ਬਚਨ ਮਹਾਰਾਜ ਨੇ ਕਿਹਾ, ਮੇਰੋ ਰੂਪ ਗ੍ਰੰਥ ਜੀ ਜਾਨ, ਤਾਂ ਮੈਂ ਭੇਦ ਨ ਰੰਚ ਪਛਾਣ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੋਇਆ, ਮੇਰਾ ਰੂਪ ਗੁਰੂ ਗ੍ਰੰਥ ਸਾਹਿਬ ਜੀ ਹਨ, ਗ੍ਰੰਥ ਜੀ ਹਨ, ਇਹਨਾਂ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹੁੰਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਨਾਲ, ਤੇ ਭਾਈ ਨੰਦ ਲਾਲ ਜੀ ਪੁੱਛਦੇ ਨੇ, ਮਹਾਰਾਜ ਤੁਹਾਡਾ ਰੂਪ ਕਿਹੜਾ ਕਿਹੜਾ ਆ? ਤੇ ਮਹਾਰਾਜ ਨੇ ਬਚਨ ਕੀਤਾ ਸੀ, ਤੀਨ ਰੂਪ ਮੋਹਿ ਲਾਲ ਜੀ, ਕਹੂੰ ਤੋਹੇ ਸਮਝਾਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਕਹਿ ਰਹੇ ਨੇ, ਤੀਨ ਰੂਪ ਮੋਹਿ ਲਾਲ ਜੀ, ਕਹੂੰ ਤੋਹੇ ਸਮਝਾਏ, ਸਰਗੁਣ ਨਿਰਗੁਣ ਸ਼ਬਦ ਗੁਰੂ। ਸਰਗੁਣ ਦਾ ਭਾਵ ਹੈ ਜਿਹੜਾ ਗੁਰੂ ਦਾ ਸਰੀਰ ਦਿਸਦਾ ਆ। ਨਿਰਗੁਣ ਦਾ ਭਾਵ ਆ ਜਦੋਂ ਜੋਤ ਰੂਪ ਸੀ। ਤੀਸਰਾ ਰੂਪ ਮਹਾਰਾਜ ਜੀ ਕਹਿੰਦੇ ਆ ਜਿਹੜਾ ਸ਼ਬਦ ਗੁਰੂ, ਇਹ ਮੇਰਾ ਰੂਪ ਹੈ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਾਹੈ, ਖੋਜ ਸ਼ਬਦ ਮੈਲੇ। ਤੇ ਮੈਂ ਇਹ ਕਹਿ ਕੇ ਟਾਈਮ ਹੋ ਗਿਆ, ਪਤਾ ਹੀ ਨਹੀਂ ਲੱਗਾ ਕਿੱਥੇ ਬੀਤਿਆ। ਜਦੋਂ ਵੀ ਜ਼ਿੰਦਗੀ 'ਚ ਦੁਬਿਧਾ ਮਹਿਸੂਸ ਕਰੋ ਨਾ, ਮਹਾਰਾਜ ਦੀ ਬਾਣੀ ਖੋਲਿਆ ਕਰੋ, ਘਰ ਵਿੱਚ ਪੜ੍ਹਿਆ ਕਰੋ, ਹੌਲੀ ਹੌਲੀ ਪ੍ਰੇਮ ਨਾਲ, ਹੌਲੀ ਹੌਲੀ ਸਮਝ ਕੇ। ਜੇ ਨਹੀਂ ਸਮਝ ਆਉਂਦਾ ਤਾਂ ਇੱਕ ਗੁਰੂ ਗ੍ਰੰਥ ਦਰਪਨ ਹੈ, ਉਹ ਤੁਹਾਨੂੰ ਸਾਈਟ ਤੇ ਮਿਲ ਜਾਂਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰੇ ਅਰਥ ਕੀਤੇ ਹੋਏ ਨੇ, ਉਹ ਸ਼ਬਦ ਅਰਥ ਨੇ। ਮੈਂ ਨਹੀਂ ਕਹਿੰਦਾ ਉਹ ਕੰਪਲੀਟ ਨੇ, ਘੱਟ ਨੇ, ਵੱਧ ਨੇ, ਪਰ ਉਹਨਾਂ ਦੇ ਵਿੱਚ ਬਹੁਤ ਸੋਹਣੇ ਅਰਥ ਨੇ। ਜਦੋਂ ਸ਼ਬਦ ਨਾ ਸਮਝ ਆਏ, ਮੰਨ ਲਓ ਤੁਹਾਨੂੰ ਜਪਜੀ ਸਾਹਿਬ ਦੇ ਅਰਥ ਸਮਝ ਨਹੀਂ ਆ ਰਹੇ, ਨਿਤਨੇਮ ਦੀਆਂ ਸੈਂਚੀਆਂ ਮੰਗਾਓ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਮੰਗਾ ਕੇ ਰੱਖੋ। ਜੇ ਕੋਈ ਸੰਥਿਆ ਕਰਨਾ ਚਾਹੁੰਦਾ, ਅਸੀਂ ਆਨਲਾਈਨ ਥਰਸਡੇ ਨੂੰ ਸੰਥਿਆ ਕਰਦੇ ਆ, ਤਕਰੀਬਨ 300 ਅੰਗ ਅਸੀਂ ਕਰ ਲਿਆ। ਥਰਸਡੇ 7 to 8 ਜਿਹੜੀ ਸਾਡੀ ਆਨਲਾਈਨ ਕਲਾਸ ਹੁੰਦੀ ਹੈ। ਵੀ ਕੁਛ ਨਾ ਕੁਛ ਤਾਂ ਕਰੀਏ ਨਾ। ਔਰ ਤੁਸੀਂ ਬਹੁਤ ਐਫਰਟਸ ਕੀਤੇ ਅਸੀਂ ਪੀਸ ਲਈ, ਬੜੇ ਐਫਰਟਸ ਕੀਤੇ ਅਸੀਂ ਹੈਪੀਨੈਸ ਲਈ, ਬਹੁਤ ਕੁਝ ਕੀਤਾ। ਇੱਕ ਚੀਜ਼ ਕਰਕੇ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਕੇ ਦੇਖੋ। ਆਪ ਕਰੋ, ਪਿਆਰ ਨਾ ਕਰੋ, ਆਪਣੇ ਪ੍ਰਤੀ ਇਮਾਨਦਾਰ ਹੋਵੋ ਕਿ ਮੈਂ ਜਿਹੜਾ ਪਾਠ ਕਰ ਰਿਹਾ ਮੈਨੂੰ ਸਮਝ ਆ ਰਿਹਾ। ਔਰ ਮੈਂ ਤੁਹਾਨੂੰ ਗੁਰੂ ਸਾਹਿਬ ਜੀ ਦੀ ਭੈ ਭਾਵਨੀ 'ਚ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਕਹਿ ਰਿਹਾ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀ ਹੈ। ਤੁਹਾਡਾ ਅੰਦਰ ਇੰਨੀ ਚੜ੍ਹਦੀ ਕਲਾ ਚਲਿਆ ਜਾਵੇਗਾ, ਜਿਹੜੀ ਚੜ੍ਹਦੀ ਕਲਾ ਨਾ ਤੁਸੀਂ ਕਦੇ ਪੈਸਿਆਂ 'ਚ ਦੇਖੀ, ਨਾ ਰਿਸ਼ਤਿਆਂ 'ਚ ਦੇਖੀ, ਨਾ ਪ੍ਰਾਪਰਟੀ 'ਚ ਦੇਖੀ, ਨਾ ਜੌਬ ਤੇ ਦੇਖੀ। ਉਸ ਆਨੰਦ ਨੂੰ ਤੁਸੀਂ ਪ੍ਰਾਪਤ ਕਰ ਲਵੋਗੇ ਜਿਹਨੂੰ ਰੋਜ਼ ਕਹਿੰਦੇ ਆ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਪੁਰਬ ਦੀ ਆਪ ਜੀ ਨੂੰ ਲੱਖ ਲੱਖ ਵਧਾਈ ਹੋਵੇ। 15 ਅਕਤੂਬਰ ਨੂੰ ਸੀ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। ਇੱਕ ਸੁਮੇਲ ਦੀ ਗੱਲ ਕਰਾਂ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਗੱਦੀ ਦਿੱਤੀ, ਉਸ ਤੋਂ ਬਾਅਦ ਉਹ 5 ਦਿਨ ਸਰੀਰ ਰੂਪ ਵਿੱਚ ਸੰਸਾਰ ਵਿੱਚ ਰਹੇ। ਸੰਗਤ ਵਿੱਚ ਆਣ ਕੇ ਗੁਰੂ ਅੰਗਦ ਦੇਵ ਦੀ ਬੈਠਣਾ, ਗੁਰੂ ਅੰਗਦ ਦੇਵ ਮਹਾਰਾਜ ਨੂੰ ਮੱਥਾ ਟੇਕਣਾ, ਸੰਗਤ ਨੂੰ ਸਿਖਾਉਣਾ ਸੀ ਕਿ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਣ ਤੋਂ ਬਾਅਦ 5 ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਸਾਰ ਵਿੱਚ ਰਹੇ। 5 ਦਿਨ ਤੋਂ ਬਾਅਦ ਮਹਾਰਾਜ ਨੇ ਬਚਨ ਕੀਤਾ, ਖਾਲਸਾ ਜੀ ਸ਼ਬਦ ਦੇ ਲੜ ਲਾ ਕੇ ਅਕਾਲ ਪੁਰਖ ਦੇ ਹੁਕਮ ਵਿੱਚ ਜਾ ਰਿਹਾ। ਮਹਾਰਾਜ ਨੇ ਬਹੁਤ ਸਾਰੇ ਉੱਥੇ ਖਾਲਸੇ ਨੂੰ ਬਚਨ ਕੀਤੇ, ਅਸੀਸਾਂ ਦਿੱਤੀਆਂ।
ਮਾਤਾ ਸਾਹਿਬ ਕੌਰ ਜੀ ਨੂੰ 5 ਸ਼ਸਤਰ ਦੇ ਕੇ ਦਿੱਲੀ ਵੱਲ ਤੋਰਿਆ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ। ਕੁਝ ਇਤਿਹਾਸਕਾਰ ਕਹਿੰਦੇ ਨੇ ਮਹਾਰਾਜ ਨੇ ਕਿਹਾ ਸੀ ਸਾਡਾ ਅੰਗੀਠਾ ਨਹੀਂ ਫੋਲਣਾ। ਮਹਾਰਾਜ ਨੇ ਬਚਨ ਕੀਤਾ ਸੀ ਏਕਤਾ ਵਿੱਚ ਰਹੋਗੇ, ਪਿਆਰ ਕਰੋਗੇ ਖਾਲਸਾ ਜੀ ਤਾਂ ਸਦਾ ਤੁਹਾਡੀ ਫਤਿਹ ਹੋਵੇਗੀ। ਮਹਾਰਾਜ ਨੇ ਬਚਨ ਕੀਤਾ ਸੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਮਹਾਰਾਜ ਜੀ ਕਹਿ ਲੱਗੇ ਮੈਂ ਕਿਧਰੇ ਨਹੀਂ ਜਾ ਰਿਹਾ, ਮੈਂ ਤੁਹਾਡੇ ਵਿੱਚ ਵਸਦਾ ਆ, ਚੇਤੇ ਕਰੋਗੇ ਮੈਂ ਤੁਹਾਡੇ ਨਾਲ ਹੋਵਾਂਗਾ। 10ਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸਭ ਥਾਈਂ ਹੋਏ ਸਹਾਈ। 10 ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਦੀ ਖਿਮਾ ਸੰਗਤ ਅਸੀਸ ਬਖਸ਼ੋ। ਤੁਹਾਡੇ ਨਾਲ ਬਚਨ ਕੀਤੇ ਆਪ ਵੀ ਜਿਉ ਸਕਾਂ। ਜਿਹੜੀਆਂ ਗੁਰਮਤਿ ਅਨੁਸਾਰ ਗੱਲਾਂ ਚੰਗੀਆਂ ਲੱਗੀਆਂ ਹੋਣ ਘਰ ਜਾ ਕੇ ਜ਼ਰੂਰ ਸਾਂਝਾ ਕਰੋ। ਅੱਜ ਮੈਂ ਗੁਰਦੁਆਰਾ ਸਾਹਿਬ ਤੋਂ ਆ ਗੁਰੂ ਕੇ ਬਚਨ ਸਿੱਖ ਕੇ ਆਇਆ। ਉਸ ਦਿਨ ਫਿਰ ਸ਼ੁਰੂ ਹੋਵੇਗਾ ਘਰ ਘਰ ਅੰਦਰ ਧਰਮਸ਼ਾਲ, ਹੋਵੇ ਕੀਰਤਨ ਸਦਾ ਵਿਸੋਆ। ਬਹੁਤ ਧੰਨਵਾਦ ਪ੍ਰਬੰਧਕ ਵੀਰਾਂ ਦਾ। ਆਪ ਜੀ ਅਸੀਸ ਬਖਸ਼ਦੇ ਹੋਏ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।